गुरु रूप प्यारी साध संगत जीओ सज जाओ प्रेम नाल गुरु साहिब जी की लड़ीवार कथा सरवण करो जी। करता पुरख निरभव अकाल मूरत अजूनी सैभं गुरु प्रसाद जप आद सच जुगाद सच सच नानक होसी सच चक्र चिन्ह हर बरन जात हर पात नहन जीव रूप रंग हर रेख पेख को कहना सकत के अचल मूरत अनुभव प्रकाश हमें तो कह जाए कोट इंद्र
ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਰਬ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਨ ਭੇਵ ਹਉ ਖਾਲਸੇ ਕਾ ਖਾਲਸਾ ਮੇਰੋ ਪੋਤ ਪੋਤ ਜਿਉ ਸਾਗਰ ਬੰਦੇਰੋ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਉ ਕਰਹੁ ਨਿਵਾਸ ਕੂਚ ਰਹਿ ਸ਼ਾਸਤਰ ਖਟ ਤਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਹਮੇ ਦ੍ਰਿਸ਼ਟ ਸਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਤੋਵੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ
पूरे गुर का सुन उपदेश, पार ब्रह्म निकट कर पेख। सास सास सिमरहो गोबिंद, मन अंतर की उतरा चिंद। आस अनित त्याग हो तरंग, संत जना की तूर मन मंग। आप छोड़ बेनती करहो, साध संग अगन सागर तरहो। हर धन के भर लेहो भंडार, नानक गुर पूरे नमस्कार। हर धन के भर लेहो भंडार, नानक गुर पूरे नमस्कार। वाहिगुरु जी का खालसा, वाहिगुरु जी की फतेह। सच्चे पातशाह चबर छतर तख्त दे मालिक, दीन दुनिया दे मालिक गुरु नानक साहब जी की गुरता गद्दी के उपर विराजमान धन साहिब श्री गुरु ग्रंथ साहिब जी महाराज सच्चे पातशाह जी के प्यार तरस सदका सतसंगत दियां सुभाग घड़ियां वो भी ऐसे पवित्र स्थान ते जिथे मर्द अगंबड़े सतगुरु धन गुरु गोबिंद सिंह सच्चे पातशाह जी महाराज जी ने आप बंदगी कीती होवे, जिसका पवित्र नाम श्री गुरु ग्रंथ साहिब जी दे आए हुए श्री मुखवाक तो रखिया होवे। जदों सच्चे पातशाह जी ने श्री गुरु ग्रंथ साहिब जी नूं गुरियाई बख्शिश कीती सी, पंज सिंह महाराज जी ने ताबिया खड़े कीते सी धन गुरु गोबिंद सिंह साहिब जी महाराज। वो पंज सिंह पंथ ने, क्योंकि पंजां नूं प्रधानता दिती है। चमकौर साहब की कच्ची गढ़ी के अंदर भी पंजां सिंघां की परिक्रमा करके महाराज जी ने अपना शाही कलगी तोड़ा भेंट करके मत्था टेकिया सी। उस समय पंथ नूं गुरियाई दिती सी महाराज ने। अपनी जोत श्री गुरु ग्रंथ साहिब जी के अंदर टकाई महाराज ने। जदों ये अलाही कौतक वरत रहा सी, श्री गुरु ग्रंथ साहिब जी का महाराज का सूही राग विच श्री मुखवाक आया। अब चल नगर गोबिंद गुरु का, नाम जपत सुख पाया राम। ये गुरु गोबिंद सिंह साहिब का नगर है ते ये अबचल नगरी है, चलाएमान होने तो रहत है। हिंदू मत विच मनते हैं कि कांशी मरणात मुक्ति महाराज जी की इस नगरी विच की फल मिलता है। ये गुरु अर्जन साहब का भावें उचारण किया होया श्री मुखवाक है, पर श्री गुरु ग्रंथ साहब जी तो जदों आपां बेनती करके कुछ पुछदे हां ते फिर श्री गुरु ग्रंथ साहब जी बोलते आ प्रतख। बाजां वाले सतगुरां ने आप बेनती कीती होवे
ਤੇ ਹਜੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੈਠੇ ਆਪ ਹੀ ਬੋਲ ਰਹੇ। 10 ਪਾਤਸ਼ਾਹੀਆਂ ਆਪ ਬੋਲ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਤੇ ਫਿਰ ਮਹਾਰਾਜ ਜੀ ਨੇ ਆਖਿਆ ਅੱਜ ਤੋਂ ਇਸ ਨਗਰ ਦਾ ਨਾਮ ਅਬਚਲ ਨਗਰ ਹੋਵੇਗਾ। ਪਾਵਨ ਤਖਤ ਦਾ ਨਾਮ ਹਜੂਰ ਸਾਹਿਬ, ਹਜੂਰ ਦੀ ਹਜੂਰੀ ਵਿੱਚ ਆਉਣਾ, ਸੱਚੇ ਪਾਤਸ਼ਾਹ ਦੇ ਹਜੂਰ ਚੱਲ ਕਰਕੇ ਆਉਣ ਨੂੰ ਹਜੂਰ ਸਾਹਿਬ ਪਿਆ ਹੈ। ਜਿੱਥੇ ਸਤਿਗੁਰਾਂ ਜੀ ਨੇ ਅਵਤਾਰ ਧਾਰਿਆ ਤਖਤ ਹੈ। ਪਹਿਲੇ ਤਖਤ ਦੀ ਸਿਰਜਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਕੀਤੀ ਹੈ। ਤੇ ਫਿਰ ਪੰਥ ਨੇ ਇਹ ਗੁਰਮਤੇ ਕਰਕੇ ਕਿ ਜਿੱਥੇ ਬਾਜਾਂ ਵਾਲੇ ਸਤਿਗੁਰਾਂ ਜੀ ਦਾ ਅਵਤਾਰ ਹੋਇਆ ਹੈ ਇਹ ਵੀ ਪਾਵਨ ਤਖਤ ਹੋਵੇ। ਤੇ ਸਾਧ ਸੰਗਤ ਜੀ, ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਖਾਲਸੇ ਦਾ ਪਾਵਨ ਤਖਤ ਅਸਥਾਨ ਹੈ। ਤਖਤ ਕਿਹਨੂੰ ਕਹਿੰਦੇ ਆ? ਖਾਲਸੇ ਨੂੰ ਮਹਾਰਾਜ ਜੀ ਨੇ ਤਾਜਾਂ ਤੇ ਤਖਤਾਂ ਦੀ ਮਾਲਕੀ ਦਿੱਤੀ ਹੈ। ਗੁਰਦੁਆਰੇ ਸਾਹਿਬ ਦਾ ਨਾਮ ਪੰਜਾਂ ਦਾ ਵਿਸ਼ੇਸ਼ ਕਰਕੇ ਤਖਤ ਕਿਉਂ ਲੱਗਦਾ ਹੈ ਨਾਲ? ਜਦੋਂ ਤੁਸੀਂ ਭਾਵੇਂ ਕਿ ਪਹਿਲਾਂ ਅਕਾਲ ਬੁੰਗਾ ਵੀ ਕਿਹਾ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ, ਬੁੰਗਾ ਦਾ ਅਰਥ ਵੀ ਉੱਚਾ ਥਾਂ ਹੁੰਦਾ, ਤਖਤ ਦਾ ਅਰਥ ਵੀ ਉੱਚਾ ਥਾਂ ਹੁੰਦਾ। ਸ਼ਬਦਾਂ ਦੇ ਹੇਰ ਫੇਰ ਹੁੰਦੇ ਆ, ਕਈ ਕਿੰਤੂ ਕਰਨ ਲੱਗ ਜਾਂਦੇ ਕਿਉਂਕਿ ਸਮੇਂ ਨਾਲ ਸ਼ਬਦਾਂ ਵਿੱਚ ਤਬਦੀਲੀ ਆ ਜਾਂਦੀ ਹੈ। ਬੁੰਗੇ ਦਾ ਅਰਥ ਵੀ ਉੱਚਾ ਥਾਂ ਹੈ, ਤਖਤ ਦਾ ਅਰਥ ਵੀ ਉੱਚਾ ਥਾਂ ਹੈ। ਜਦੋਂ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਓ ਤੇ ਉਹਦੀ ਬਣਤਰ ਵੱਲ ਖਲੋ ਕੇ ਚੰਗੀ ਤਰ੍ਹਾਂ ਵੇਖਿਓ। ਉਸ ਚਬੂਤਰੇ ਤੇ ਜਿੱਥੇ ਅੱਜ ਧਰਮਵੀਰ ਸਤਿਗੁਰੂ ਜੀ ਦੇ ਸ਼ਸਤਰ ਸਜੇ ਹੁੰਦੇ ਆ ਨਾ, ਜਿਨ੍ਹਾਂ ਸ਼ਸਤਰਾਂ ਨੂੰ ਹਜੂਰ ਆਪਣੇ ਗਾਤਰੇ ਪਹਿਨਦੇ ਰਹੇ ਆ, ਹੋਰ ਵੀ ਸਾਡੇ ਵਡਮੁੱਲੇ ਸ਼ਸਤਰ ਜਿਨ੍ਹਾਂ ਨੂੰ ਸਾਡੇ ਪੁਰਖਿਆਂ ਨੇ ਸਰੀਰ ਤੇ ਪਹਿਨਿਆ, ਬਾਬਾ ਬੁੱਢਾ ਸਾਹਿਬ ਦੀ ਸ੍ਰੀ ਸਾਹਿਬ ਵੀ ਵਿਰਾਜਮਾਨ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ੍ਰੀ ਸਾਹਿਬ ਵੀ ਉੱਥੇ ਵਿਰਾਜਮਾਨ ਹੈ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਦੇ ਪੂਰਾ ਪੀੜਾ ਹੀ ਸ਼ਸਤਰਾਂ ਨਾਲ ਭਰਿਆ ਹੈ। ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ, ਉਹਨਾਂ ਦੇ ਸ਼ਸਤਰ ਉੱਥੇ ਵਿਰਾਜਮਾਨ ਹਨ। ਧਰਮਵੀਰ ਸਤਿਗੁਰੂ ਜੀ ਦੇ ਮੀਰੀ ਤੇ ਪੀਰੀ ਦੇ ਤੇਗੇ ਪਏ ਆ ਉੱਥੇ। ਜਿੱਥੇ ਅੱਜ ਸ਼ਸਤਰ ਸੁਭਾਏਮਾਨ ਹਨ, ਇੱਥੇ ਸਤਿਗੁਰੂ ਜੀ ਬੀਰ ਆਸਣ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠਿਆ ਕਰਦੇ ਸੀ, ਬੀਰ ਆਸਣ ਲਾ ਕੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਕੌਮ ਨੂੰ ਹਜੂਰ ਨੇ ਆਜ਼ਾਦ ਹਸਤੀ ਦਿੱਤੀ ਹੈ, ਆਜ਼ਾਦ ਹਸਤੀ। ਇਹ ਜਿਹੜਾ ਤਖਤ ਹੈ ਇਹਨੂੰ ਅਕਾਲ ਦਾ ਨਾਮ ਦਿੱਤਾ ਹੈ। ਇਹ ਕਾਲ ਤੋਂ ਰਹਿਤ ਹੈ। ਜਿਹੜੇ ਹੋਰ ਤਖਤ ਨੇ ਉਹ ਕਾਲ ਦੇ ਅਧੀਨ ਆਉਂਦੇ ਆ। ਵੇਖ ਲਓ, ਦਿੱਲੀ ਦਾ ਤਖਤ ਹੈ ਕਾਲ ਦੇ ਅਧੀਨ ਹੀ ਹੈ ਨਾ। ਅੱਜ ਉੱਥੇ ਸੰਗਮਰਮਰ ਦਾ ਤਖਤ, ਜਿੱਥੇ ਕਦੇ ਨਰੰਗਾ ਬੈਠਦਾ ਸੀ, ਜਿੱਥੇ ਕਦੇ ਸ਼ਾਹਜਹਾਂ ਬੈਠਦਾ ਸੀ, ਜਹਾਂਗੀਰ ਬੈਠਦਾ ਸੀ, ਅਕਬਰ ਬੈਠਦਾ ਸੀ, ਅੱਜ ਉੱਥੇ ਕਬੂਤਰ ਬੈਠਦੇ, ਬਿੱਠਾਂ ਕਰਦੇ। ਹੈਰੀਟੇਜ ਹੋਣ ਕਰਕੇ ਹੁਣ ਸੰਭਾਲ ਕੀਤੀ ਹੈ, ਗਾਂ ਤਾਂ ਸਰਕਾਰਾਂ ਨੇ ਕੰਪਨੀਆਂ ਨੂੰ ਹੀ ਵੇਚ ਛੱਡਿਆ। ਦੱਸਦੇ ਇਹ ਤਖਤ ਅਕਾਲ ਦੇ ਨਹੀਂ ਹਨ। ਸ੍ਰੀ ਅਕਾਲ ਤਖਤ ਸਾਹਿਬ ਅਕਾਲ ਦਾ ਤਖਤ ਹੈ, ਇਸੇ ਕਰਕੇ ਹੀ ਦੁਨਿਆਵੀ ਤਖਤ ਚੁਣੌਤੀ ਦਿੰਦੇ ਆ, ਬੰਬਾਂ ਤੇ ਗੋਲਿਆਂ ਨਾਲ ਉਡਾਉਂਦੇ ਅਕਾਲ ਦੇ ਤਖਤ ਨੂੰ। ਪਰ ਇਹ ਗੁਰੂ ਨਾਨਕ ਸਾਹਿਬ ਦੀ ਸਾਜੀ ਹੋਈ ਕੌਮ ਹੈ, ਫਿਰ ਬਣਾ ਲੈਂਦੀ ਹੈ।
फिर उसे तख्त नूं बना के उवें ही मर्यादा चलाउंदे, क्योंकि भावें कि साध संगत जी हरमंदर साहिब की इमारत भी चूने ते इट्टां दी बनी हुई है। श्री अकाल तख्त साहिब की तख्त सचखंड श्री हजूर साहिब की इमारत ये भावें कि चूने ते इट्टां ते संगमरमर दा पत्थर ही लग्या होया, पर गुरु जी दे बख्शे हुए सिद्धांत ते सतगुरु जी दा प्यार इन्हां इमारतां नूं जदों कोई ठेस पहुँचाउंदा ना ते सिख उस समय सोचदे आ हरमंदर साहिब ते गोली नहीं वजी, ये सिख कौम दे सीने विच गोली वजी। अकाल तख्त साहिब ते गोला नहीं वजिया, ये कौम दे उत्ते गोला मारे। तख्त श्री अकाल तख्त साहिब आजाद हस्ती है। हुण गुरु हरगोबिंद साहिब दे दिते हुए सिद्धांतां नूं, गुरु गोबिंद सिंह सच्चे पातशाह दे दिते हुए सिद्धांतां नूं जे कोई गुलाम करना चाहे तो साध संगत जी हो नहीं सकता, क्योंकि जिउंदियां कौमां कदे दुबेल नहीं बनदियां। सच्चे पातशाह ने सानू तख्त इसलिए बख्शे है कि खालसा तू हुक्मरान है। संगत विच जिथे गुरु का खालसा सेवादार है, निमाणा सेवक है, साध संगत जी दया दा सागर है, जरवाने लए उथे खालसा फिर बख्शण कर जाता है। सच्चे पातशाह जी महाराज ने कहा उदों फिर तू सेवक नहीं बनना, उदों तू निमाणा नहीं बनना जदों किसे ते जुल्म होवे, जदों किसे दी धी भैण दी इज्जत कोई लुटदा होवे, कोई निमाणे दे मान नूं रौंगदा होवे, उदों फिर खालसा शेर बन करके उसका बख्शण कर दे। संत ते सिपाही साजिया तख्तां दी महाराज सच्चे पातशाह जी ने सानू जागीर दिती। तख्त तो कदे बेनती नहीं हुंदी। श्री अकाल तख्त साहिब दे हुक्मनामे साहिब कढ़ के पढ़ लेना, उत्ते लिखिया हुंदा है आदेश जारी किया जाता है, हुक्म जारी किया जाता है। आदेश दा अर्थ हुक्म हुंदा है। सच्चे पातशाह जी महाराज दे दिते हुए सिद्धांत, दिती हुई सिक्ख्या इन्नी मजबूत है कि भावें साडे दिल बड़े कमजोर है, पर फिर भी उस सिक्ख्या दे सदका अज भी कौम विच जान है। अज भी कौम दे अंदर सतगुरु जी दे पुत्र मर जीवड़े हैं, जिहड़े कौम दे जींदे होण दा सबूत दिंदे। साध संगत जी बाजां वाले सतगुरां जी ने खालसा साजिया गरीब दी रखिया वास्ते ते जालम दी पखिया वास्ते। पता नहीं खालसे दे शस्त्र जिन्हां दी कदे रखिया गुरु तेग बहादुर साहब ने अपने शीश दा बलिदान दे के कीती, उन्हां नूं अज इस खालसे दे शस्त्र दरेश तो ही लगदे आ, उन्हां नूं ये मारू लगदे आ। सच्चे पातशाह ने खालसे दे गात्रे जो शस्त्र पहनाया है ना, ये साध संगत जी हिंदुस्तान दे अंदर इस पहनाए हुए शस्त्र ने ही शांति बहाल की। आम जियां दा इज्जत नाल जिउण दा हक जिहड़ा सी ये गुरु गोबिंद सिंह सच्चे पातशाह जी ने ही बख्शिया है, गुरु के खालसे ने दिता है। नहीं तो इज्जत नाल इत्थे सिर उठा के सरजमीन ते कोई नहीं सी जिउंदा। मुगल बादशाह दीयां सवारियां लंघदियां हुंदियां सी ते लोग शीश झुकाउंदे सिजदे करदे, जिहड़ा कोई फड़ लैंदे ना नहीं सिजदा कीता उहदा सिर कलम कीता जांदा सी। ते जदों साहब ने अवतार धारिया सी ना पटना साहिब, बचपन सी गुरु गोबिंद सिंह सच्चे पातशाह दा, धन ने वो पटना साहिब दीयां गलियां जिथे पंथ वाली सतगुरु खेडे आए।
ਸਾਹਮਣਿਓਂ ਇੱਕ ਨਵਾਬ ਦੀ ਸਵਾਰੀ ਆ ਰਹੀ ਸੀ, ਹਾਥੀ ਦੀ ਅੰਬਾਰੀ 'ਚ ਬੈਠਾ। ਗੁਰੂ ਸਾਹਿਬ ਦੇ ਨਾਲ ਸਾਰੇ ਬਾਲਕ ਹੈ। ਮਹਾਰਾਜ ਨੇ ਸਵਾਰੀ ਆਉਂਦੀ ਵੇਖੀ, ਲੋਕ ਸਾਰੇ ਸੀਸ ਝੁਕ ਗਏ, ਸਿਜਦੇ ਕਰਦੇ ਐ। ਹਜੂਰ ਨੇ ਸਾਥੀ ਬਾਲਕਾਂ ਨੂੰ ਕਿਹਾ, ਬਈ ਕਿਸੇ ਨੇ ਸਿਰ ਨਹੀਂ ਝੁਕਾਉਣਾ ਇਸ ਨੂੰ, ਬਚਪਨ ਹੈ ਬਾਜਾਂ ਵਾਲੇ ਸਤਿਗੁਰੂ ਜੀ ਦਾ। ਮਹਾਰਾਜ ਕਹਿੰਦੇ ਕਿਸੇ ਸਿਰ ਨਹੀਂ ਝੁਕਾਉਣਾ ਜੇ ਤੁਸੀਂ ਸਾਡੇ ਭਾਈ ਦੋਸਤ ਮਿੱਤਰ ਹੋ। ਕਹਿੰਦੇ ਚੰਗਾ ਜੀ। ਬਾਲਕਾਂ ਨੂੰ ਮਹਾਰਾਜ ਨੇ ਕਿਹਾ ਇਹਨੂੰ ਦੰਦੀਆਂ ਚੜਾਓ। ਸੱਚੇ ਪਾਤਸ਼ਾਹ ਦੇ ਕਹਿਣ ਤੇ ਬਾਲਕਾਂ ਨੇ ਦੰਦੀਆਂ ਚੜਾਈਆਂ, ਕਿਸੇ ਸਿਰ ਨਹੀਂ ਝੁਕਾਇਆ, ਕਿਉਂਕਿ ਆਏ ਹੀ ਆਪ ਅਣਖ ਤੇ ਗੈਰਤ ਨਾਲ ਸਿਰ ਉਠਾ ਕੇ ਜਿਉਣ ਦੀ ਦਾਤ ਦੇਣ ਲਈ ਆਏ। ਇਹ ਸਤਿਗੁਰਾਂ ਦੇ ਬਚਪਨ ਦੇ ਕੌਤਕ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਜਿਹੋ ਜੀ ਖਾਲਸੇ ਦੀ ਤਸਵੀਰ ਖਿੱਚੀ ਹੈ ਨਾ ਸਾਧ ਸੰਗਤ ਜੀ, ਇਹ ਸਾਖਸ਼ਾਤ ਬ੍ਰਹਮ ਦੀ ਤਸਵੀਰ ਖਿੱਚੀ ਹੈ। ਸਾਖਸ਼ਾਤ ਅਕਾਲ ਦਾ ਰੂਪ ਧਰਤੀ ਤੇ ਪ੍ਰਗਟ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਕਲਮ ਨਾਲ ਕਹਿੰਦੇ ਹੈ ਕਿ ਬਹੁਤ ਸਾਰੇ ਸਾਥੋਂ ਪਹਿਲਾਂ ਇਸ ਧਰਤੀ ਤੇ ਪੀਰ ਪੈਗੰਬਰ ਆਏ। ਸਾਰਿਆਂ ਨੇ ਸੰਸਾਰ ਦੇ ਜੀਆਂ ਨੂੰ ਆਪਣੀ ਪੂਜਾ 'ਚ ਫਸਾ ਲਿਆ, ਆਪ ਹੀ ਪਰਮੇਸ਼ਰ ਬਣ ਬੈਠੇ। ਤੇ ਮਹਾਰਾਜ ਕਹਿੰਦੇ ਭਾਈ ਜਦੋਂ ਇਉਂ ਸਮਾਂ ਲੰਘਿਆ, ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ। ਮਹਾਰਾਜ ਕਹਿੰਦੇ ਆ ਅਸੀਂ ਉਸ ਸਮੇਂ ਤਪੱਸਿਆ ਸਾਧ ਰਹੇ ਸੀਗੇ। ਹਜੂਰ ਦੀ ਆਪਣੀ ਕਾਨੀ ਕਹਿੰਦੀ ਹੈ, ਗੁਰਦੇਵ ਆਪ ਲਿਖਦੇ ਹੈ। ਮਹਾਰਾਜ ਕਹਿੰਦੇ ਤਪ ਸਾਧਤ ਹਰ ਮੋਹਿ ਬੁਲਾਇਓ। ਸਾਨੂੰ ਤਪੱਸਿਆ ਸਾਧਿਆਂ ਹੋਇਆਂ ਨੇ ਵਾਹਿਗੁਰੂ ਨੇ ਬੁਲਾਵਾ ਭੇਜਿਆ। ਹੇਮਕੁੰਟ ਸਾਹਿਬ ਦੀ ਪਾਵਨ ਧਰਤੀ, ਹਜੂਰ ਦੀ ਤਪੋਬਨ ਧਰਤੀ, ਜਿੱਥੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਅਸੀਂ ਵਾਹਿਗੁਰੂ ਦੀ ਆਰਾਧਨਾ ਕੀਤੀ। ਕਿਹਾ ਹੈ ਇਹ ਬਿਦ ਕਰਤ ਤਪੱਸਿਆ ਭਇਓ, ਦਵਾਇ ਤੇ ਏਕ ਰੂਪ ਹਵਾ ਗਇਓ। ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਇਹ ਹੇਮਕੁੰਟ ਸਾਹਿਬ ਦੀ ਤਸਵੀਰ ਦਾ ਨਕਸ਼ਾ ਖਿੱਚਿਆ। ਫੁੱਲ ਵੀ ਦੱਸੇ ਕਿਹੇ ਜੇ ਖਿੜੇ ਹੈ, ਹਿਰਨ ਸ਼ੇਰ ਸਭ ਇੱਕੇ ਥਾਂ ਹੀ ਫਿਰਦੇ ਆ। ਇੰਨਾ ਸੋਹਣਾ ਜੰਗਲ ਦਾ ਨਕਸ਼ਾ ਚਿਤਰਿਆ ਨਾ, ਸਰੋਤਾ ਤੇ ਭਗਤਾ ਉੱਥੇ ਹੀ ਪਹੁੰਚ ਜਾਂਦੇ ਆ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਆਇਆ, ਪ੍ਰਕਾਸ਼ ਹੀ ਪ੍ਰਕਾਸ਼ ਹੋਇਆ, ਹੀਰਿਆਂ ਜੜਤ ਬਮਾਨ ਉਤਰਿਆ। ਸਤਿਗੁਰੂ ਜੀ ਉਹਦੇ 'ਚ ਜਦੋਂ ਚੜ੍ਹਨ ਲੱਗੇ ਆ, ਹੋਰ ਵੀ ਤਪਸਵੀ ਉੱਥੇ ਤਪੱਸਿਆ ਕਰਦੇ ਸੀ ਹਜੂਰ ਦੇ ਕੋਲ। ਉਹਨਾਂ ਸਭ ਨੇ ਆਖਿਆ, ਮੰਤ ਜੀ ਭਾਵ ਮਹਾਰਾਜ ਵੱਲੋਂ ਦੁਸ਼ਟ ਦਮਨ ਦੇ ਰੂਪ ਵਿੱਚ ਮਹਾਰਾਜ ਨੂੰ ਕਹਿੰਦੇ ਆ ਕਿ ਆਪ ਹੁਣ ਸਾਨੂੰ ਛੱਡ ਕੇ ਕਿਧਰੇ ਚੱਲੇ ਹੋ। ਤੇ ਸਮੇਂ ਸਤਿਗੁਰਾਂ ਜੀ ਨੇ ਵਾਕ ਕਹੇ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਆਇਆ ਹੈ, ਅਸੀਂ ਸੱਚਖੰਡ ਚੱਲੇ, ਆਵਾਂਗੇ ਪਰਤ ਕੇ, ਇਹ ਬਚਨ ਕਹੇ। ਫਿਰ ਸਾਧ ਸੰਗਤ ਜੀ ਉਸ ਵਿਮਾਨ ਤੇ ਅਸਵਾਰ ਹੋਣਾ, ਸੱਚਖੰਡ ਦੇ ਬਰੂਹੇ ਦੇ ਸਾਹਮਣੇ ਉਤਰਨਾ, ਇਹ ਸਾਰੀ ਅਗੰਮੀ ਖੇਡ ਹੈ। ਕਵੀ ਰਾਜ ਜੀ ਨੇ ਕਿਹਾ, ਹੁਣ ਮੈਂ ਸੱਚਖੰਡ ਦੀ ਸੋਭਾ ਸ਼ਬਦਾਂ ਨਾਲ ਤਾਂ ਨਹੀਂ ਬਿਆਨ ਕਰ ਸਕਦਾ, ਪਰ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਵੇਸ਼ ਹੋਏ ਹੈ, ਜਿੱਥੇ ਆਪਣਾ ਆਪਾ ਹੀ ਪਹੁੰਚਦਾ ਹੈ, ਦੂਜਾ ਹੋ ਕੇ ਪਹੁੰਚਿਆ ਨਹੀਂ ਜਾਂਦਾ। ਪਰ ਮਹਾਰਾਜ ਤਾਂ ਉੱਥੇ ਕਹਿ ਰਹੇ ਹਨ, ਦਵੈਤ ਤੇ ਏਕ ਰੂਪ ਹਵਾ ਗਇਓ। ਜੋ ਵਾਰਤਾਲਾਪ ਵਾਹਿਗੁਰੂ ਨਾਲ ਹੋਈ ਹੈ, ਹਜੂਰ ਨੇ ਆਪਣੇ ਖਾਲਸੇ ਕੋਲੋਂ ਲੁਕਾਈ ਨਹੀਂ। ਸੱਚੇ ਪਾਤਸ਼ਾਹ ਨੇ ਗੁਪਤ ਗੋਜ ਗੱਲਾਂ ਸਾਧ ਸੰਗਤ ਜੀ ਆਪਣੇ ਖਾਲਸੇ ਪੁੱਤਰ ਨੂੰ ਦੱਸ ਦਿੱਤੀਆਂ। ਸੱਚੇ ਪਾਤਸ਼ਾਹ ਨੇ ਗਰੀਬ ਨਵਾਜ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਤਪ ਸਾਧਤ ਹਰ ਮੋਹਿ ਬੁਲਾਇਓ। ਬੁਲਾ ਲਿਆ ਸਾਨੂੰ, ਆਗਿਆ ਹੋਈ ਤੇ ਅਸੀਂ ਚਲੇ ਗਏ ਸੱਚਖੰਡ।
ਵਾਹਿਗੁਰੂ ਜੀ ਨੇ ਫਿਰ ਕੀ ਕਿਹਾ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਪਰਮੇਸ਼ਰ ਨੇ ਸਾਨੂੰ ਕਿਹਾ, ਮੈਂ ਆਪਣਾ ਸੁਤ ਤੋਹੇ ਨਿਵਾਜਾ। ਕਿਸੇ ਪੀਰ ਪੈਗੰਬਰ ਨੂੰ ਅਕਾਲ ਪੁਰਖ ਨੇ ਆਪਣਾ ਪੁੱਤਰ ਨਹੀਂ ਕਿਹਾ, ਤੇ ਪਿਤਾ ਦੀ ਸਾਰੀ ਜਾਇਦਾਦ ਦਾ ਅਧਿਕਾਰੀ ਪੁੱਤਰ ਹੀ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਆਪ ਲਿਖ ਰਹੇ ਆ, ਤੇ ਬਚਨ ਲਿਖਦੇ ਆ ਇਸ ਦਾ ਸਰਲੇਖ ਪਤਾ ਕੀ ਧਰਿਆ? ਅਕਾਲ ਪੁਰਖ ਬਾਚ। ਤੇ ਅੱਗੇ ਪਤਾ ਕੀ ਲਿਖਦੇ ਆ? ਇਹ ਤਾਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਹਜੂਰ ਦੀ ਨਿਮਰਤਾ ਕਿੰਨੀ ਕੁ ਕੋਈ ਮਾਪ ਥੋੜੋ ਸਕਦਾ ਹੈ। ਮਹਾਰਾਜ ਜੀ ਕਹਿੰਦੇ ਆ, ਅਕਾਲ ਪੁਰਖ ਬਾਚ ਇਸ ਕੀਟ ਪ੍ਰਤ। ਆਪਣੇ ਆਪ ਨੂੰ ਸਾਰੀ ਕਾਇਨਾਤ ਦੇ ਮਾਲਕ ਇਸ ਤਰ੍ਹਾਂ ਲਿਖਦੇ ਆ। ਵਾਹਿਗੁਰੂ ਦਾ ਪ੍ਰਤੱਖ ਰੂਪ ਇਉਂ ਲਿਖਦੇ ਆ। ਖਾਲਸੇ ਵਿੱਚ ਐਡੀ ਵੱਡੀ ਨਿਮਰਤਾ ਵੀ ਬਖਸ਼ੀ ਹੈ। ਮਹਾਰਾਜ ਨੇ ਕਿਹਾ, ਜੇ ਨਿਮਰਤਾ ਨਹੀਂ ਹੋਵੇ ਤੇ ਖਾਲਸਾ ਨਹੀਂ ਹੋ ਸਕਦਾ। ਇਹ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਐਸੇ ਅਦੁੱਤੀ ਗੁਣ ਨੇ ਸਾਧ ਸੰਗਤ ਜੀ। ਮਹਾਰਾਜ ਨੇ ਸਰਲੇਖ ਧਰ ਕੇ ਆਖਿਆ ਕਿ ਅਕਾਲ ਪੁਰਖ ਵਾਹਿਗੁਰੂ ਦੇ ਬਚਨ ਸਾਡੇ ਪ੍ਰਤੀ ਕੀ ਕਿਹਾ? ਉਸ ਨਿਰੰਕਾਰ ਵਾਹਿਗੁਰੂ ਨੇ, ਆਨੰਦ ਘਨ ਸਰੂਪ ਨੇ ਕਿਹਾ, ਮੈਂ ਆਪਣਾ ਸੁਤ ਤੋਹੇ ਨਿਵਾਜਾ। ਅਸੀਂ ਤੁਹਾਨੂੰ ਆਪਣਾ ਪੁੱਤਰ ਕਰਕੇ ਨਿਵਾਜਿਆ ਹੈ। ਪੰਥ ਪਰਚੁਰ ਕਰਬੇ ਕੋ ਸਾਜਾ। ਪੰਥ ਦੀ ਸਿਰਜਣਾ ਕਰਨ ਲਈ ਸਾਜਿਆ ਹੈ। ਜਦੋਂ ਮਹਾਰਾਜ ਤਪੱਸਿਆ ਸਾਧ ਰਹੇ ਸੀ ਨਾ, ਹਜੂਰ ਦੇ ਤਪ ਦਾ ਪ੍ਰਕਾਸ਼ 14 ਲੋਕਾਂ 'ਚ ਛਾ ਰਿਹਾ ਸੀ। ਸਭ ਦੇਵੀ ਦੇਵਤੇ ਡਰ ਗਏ। ਅਕਾਲ ਪੁਰਖ ਦੇ ਅੱਗੇ ਪੁਕਾਰ ਕੀਤੀ ਕਿ ਇੰਦਰ ਕਹਿੰਦਾ ਮੇਰਾ ਸਿੰਘਾਸਣ ਡੋਲ ਰਿਹਾ ਹੈ, ਬ੍ਰਹਮਾ ਕਹਿੰਦਾ ਮੇਰੀ ਬ੍ਰਹਮਪੁਰੀ ਨੂੰ ਖਤਰਾ ਹੈ। ਨਿਰੰਕਾਰ ਨੇ ਕਿਹਾ ਵੀ ਕੀ ਗੱਲ ਹੈ? ਕਹਿੰਦੇ ਮਹਾਰਾਜ ਇੰਨਾ ਤਪ ਸਾਡੀ ਪੁਰੀ ਨਾ ਖੋਲੇ। ਨਿਰੰਕਾਰ ਨੇ ਫਿਰ ਕਿਹਾ ਦੇਵੀ ਦੇਵਤਿਆਂ ਨੂੰ, ਨਹੀਂ, ਇਹ ਮਹਾਨ ਪੁਰਖ ਤੁਹਾਡੇ ਪੁਰੀਆਂ ਖੋਣ ਲਈ ਤਪ ਨਹੀਂ ਕਰ ਰਿਹਾ, ਇਹ ਤਾਂ ਸਾਡੇ ਆਪਣੇ ਆਪੇ ਵਿੱਚ ਮਸਤ ਹੈ। ਪਰ ਹੁਣ ਇਹਨਾਂ ਦੀ ਤਪੱਸਿਆ ਦੇ ਉਥਾਨ ਹੋਣ ਦਾ ਸਮਾਂ ਆ ਗਿਆ। ਇਹ ਧਰਤੀ ਤੇ ਅਵਤਾਰ ਧਾਰਨਗੇ। ਜੇ ਤੁਹਾਨੂੰ ਕਲਿਆਣ ਚਾਹੀਦੀ ਹੈ, ਜਾਓ ਇਹਨਾਂ ਦੀ ਸਿੱਖੀ ਵਿੱਚ ਜਨਮ ਲਓ ਜਾ ਕੇ। ਇਹ ਬਚਨ ਹੋਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸਾਨੂੰ ਵਾਹਿਗੁਰੂ ਨੇ ਕਿਹਾ ਤੇ ਪ੍ਰਤੱਖ ਕਿਹਾ, ਇੱਥੇ ਆਗਿਆ ਭਈ ਅਕਾਲ ਕੀ। ਕਹਿੰਦੇ ਅਸੀਂ ਆਪਣੇ ਆਪ ਨਹੀਂ, ਸਾਨੂੰ ਆਗਿਆ ਹੋਈ ਹੈ ਪਿੱਛੋਂ, ਵਾਹਿਗੁਰੂ ਦਾ ਹੁਕਮ ਹੋਇਆ ਹੈ। ਤਬੀ ਚਲਾਇਓ ਪੰਥ, ਤਾਂ ਪੰਥ ਚਲਾਇਆ ਹੈ। ਸਾਨੂੰ ਆਗਿਆ ਹੈ ਪਰਮੇਸ਼ਰ ਦੀ। ਕੀ ਕਿਹਾ? ਮੈਂ ਆਪਣਾ ਸੁਤ ਤੋਹੇ ਨਿਵਾਜਾ। ਪੰਥ ਪਰਚੁਰ ਕਰਬੇ ਕੋ ਸਾਜਾ। ਜਾਹੇ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਫਿਰ ਸਤਿਗੁਰੂ ਜੀ ਨੇ ਆਪਣੀ ਕਾਨੀ ਨਾਲ ਕਿਹਾ, ਯਾਹੀ ਕਾਜ ਤਰਾਹਮ ਜਨਮੰ। ਪੰਥ ਦੇ ਪ੍ਰਗਟ ਕਰਨ ਲਈ ਆਏ ਆ। ਯਾਹੀ ਕਾਜ ਤਰਾਹਮ ਜਨਮੰ, ਸਮਝ ਲਿਓ ਸਾਧੂ ਸਭ ਮਨ ਮੰਗ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਮੂਲੋਂ ਹੀ ਜੜਾਂ ਪੁੱਟ ਦੇਣ ਵਾਸਤੇ ਆ ਗਏ ਅਸੀਂ ਧਰਤੀ ਤੇ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਕਲਮ ਨਾਲ ਆਪ ਦੱਸ ਰਹੇ। ਮਹਾਰਾਜ ਕਹਿੰਦੇ, ਜਦੋਂ ਸਾਨੂੰ ਵਾਹਿਗੁਰੂ ਦਾ ਹੁਕਮ ਹੋਇਆ, ਹੁਕਮ ਦੇ ਅੱਗੇ ਕੋਈ ਵੀਰ ਨਹੀਂ ਹੁੰਦੀ। ਸਤਿਗੁਰੂ ਜੀ ਨੇ ਫਿਰ ਆਪਣੇ ਵੱਲੋਂ ਸ਼ਬਦ ਕਹੇ ਆ। ਮਹਾਰਾਜ ਕਹਿੰਦੇ ਨੇ, ਜਦੋਂ ਵਾਹਿਗੁਰੂ ਨੇ ਹੁਕਮ ਕੀਤਾ, ਠਾਂਡ ਪਇਓ, ਖੜੇ ਹੋ ਗਏ ਅਸੀਂ। ਫਿਰ ਆਗਿਆ ਹੋਈ ਤਾਂ ਖੜੇ ਹੋ ਗਏ, ਮੱਥਾ ਟੇਕ ਕੇ ਬੈਠੇ ਹੋਏ ਸਨ। ਕਹਿੰਦੇ ਜਦੋਂ ਵਾਹਿਗੁਰੂ ਨੇ ਸਾਨੂੰ ਕੀਤੀ ਆਗਿਆ, ਠਾਂਡ ਭਇਓ ਮੈਂ ਜੋਰ ਕਰ। ਬਚਨ ਕਹਾ ਸਿਰ ਨਿਆਏ, ਸੀਸ ਝੁਕਾ ਲਿਆ। ਮਹਾਰਾਜ ਕਹਿੰਦੇ ਅਸੀਂ ਤੇ ਫਿਰ ਆਖਿਆ, ਪੰਥ ਚੱਲੈ ਤਬ ਜਗਤ ਮੈਂ। ਪੰਥ ਉਦੋਂ ਮਹਾਰਾਜ ਜਗਤ ਵਿੱਚ ਚੱਲੇਗਾ ਜਬ ਤੁਮ ਕਰੋ ਸਹਾਏ।
ਜਦੋਂ ਤੁਸੀਂ ਸਿਰ ਤੇ ਸਹਾਈ ਹੋਵੋਗੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਸੀ ਕਿ ਅਸੀਂ ਇੱਕ ਰੂਪ ਹਾਂ, ਦੋ ਰੂਪ ਨਹੀਂ ਹੋਵਾਂਗੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੱਦੀ ਦੇ ਮਾਲਕ ਹੋ ਕਰਕੇ ਕ੍ਰਿਸ਼ਮਾ ਕਰੋ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ, ਜੇ ਮਹਾਰਾਜ ਤੁਸੀਂ ਆਪ ਵਰਤੋਗੇ, ਸਾਡਾ ਤਾਂ ਕੇਵਲ ਬਹਾਨਾ ਏ, ਤਾਂ ਫਿਰ ਮਹਾਰਾਜ ਆਪ ਦੇ ਸਾਜੇ ਹੋਏ ਪੰਥ ਦੀਆਂ ਗੂੰਜਾਂ ਜੁਗਾਂ ਜੁਗਾਂ ਤੱਕ ਪੈਣਗੀਆਂ। ਅਕਾਲ ਦਾ ਪੰਥ ਹੈ, ਕਿਸੇ ਦੇਵੀ ਦੇਵਤੇ ਦਾ, ਕਿਸੇ ਸ਼ਕਤੀ ਦਾ ਸਾਜਿਆ ਹੋਇਆ ਨਹੀਂ। ਜੇ ਗੁਰੂ ਸਾਹਿਬ ਦੇ ਸੰਪੂਰਨ ਖਾਲਸੇ ਨੂੰ ਕਹੇ ਕੋਈ ਕਿ ਤੂੰ ਅਕਾਲ ਦੀ ਪੂਜਾ ਛੱਡ ਕੇ ਬ੍ਰਹਮਾ ਦੀ ਪਦਵੀ ਲਾ ਲੈ, ਤੇ ਧੰਨ ਗੁਰੂ ਕਾ ਖਾਲਸਾ ਕਹਿੰਦਾ ਮੈਂ ਛੋਟੀ ਚੀਜ਼ ਕਿਉਂ ਲਵਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਰੂਪ ਦੀ ਸਾਖਿਆਤਤਾ ਛੱਡ ਕੇ ਮੈਂ ਬ੍ਰਹਮਾ ਕੋ ਕੀ ਕਰਾਉਣਾ। ਜਿਹੜਾ ਆਪ ਹੀ ਵਿਚਾਰਾ ਵਕਾਰਾਂ ਚ ਰੁੜਿਆ ਫਿਰਦਾ, ਸੰਪੂਰਨ ਖਾਲਸੇ ਵਿੱਚ ਵਕਾਰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਰੂਪ ਸਾਜਿਆ। ਫਿਰ ਸਾਧ ਸੰਗਤ ਜੀ ਆਪ ਅੰਦਾਜ਼ਾ ਕੀ ਲਾ ਸਕਦੇ ਹਾਂ ਆਪਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਿੱਚ ਕਿੰਨਾ ਤੇਜ ਪ੍ਰਤਾਪ ਹੋਊਗਾ? ਕੋਈ ਲਾ ਸਕਦਾ ਅੰਦਾਜ਼ਾ? ਸਤਿਗੁਰੂ ਜੀ ਦੇ ਤਪ ਦਾ ਤੇਜ ਪ੍ਰਤਾਪ, ਹਜੂਰ ਦੀ ਬੰਦਗੀ, ਆਪ ਨਿਰੰਕਾਰ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇਜ ਪ੍ਰਤਾਪ ਕੋਈ ਮਾਪ ਸਕਦਾ? ਜੋ ਆਪ ਹੀ ਖੁਦ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਸਤਿਗੁਰੂ, ਆਪਣਾ ਉਹ ਵਾਲਾ ਤੇਜ ਪ੍ਰਤਾਪ ਜਿਹਦੇ ਅੱਗੇ ਬ੍ਰਹਮਾ ਹੱਥ ਜੋੜ ਕੇ ਖਲੋਂਦਾ, ਜਿਸ ਪ੍ਰਤਾਪ ਦੇ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਦੇਵੀ ਦੇਵਤੇ ਹੱਥ ਜੋੜ ਕੇ ਖਲੋਂਦੇ। ਗੁਪਤ ਪ੍ਰਗਟ ਰੂਹਾਂ ਬਾਜਾਂ ਵਾਲੇ ਸਤਿਗੁਰਾਂ ਦਾ ਦਰਸ਼ਨ ਕਰਦੀਆਂ। ਬਹੁਤ ਅਸਚਰਜ ਕਲਾ ਵਰਤੀ ਸਤਿਗੁਰਾਂ ਜੀ ਦੇ ਧਰਤੀ ਤੇ ਆਉਣ ਕਰਕੇ। ਕਿੰਨੀ ਛੋਟੀ ਜੀ ਸਰੀਰਕ ਆਜੂ ਗੁਰਦੇਵ ਨੇ ਭੋਗੀ ਹੈ, ਪਰ ਸਾਧ ਸੰਗਤ ਜੀ ਹਰ ਲਮਹਾ ਹਰ ਘੜੀ ਉਹ ਧਰਤੀ ਨੇ ਸੁਖ ਮਾਣਿਆ। ਅਮਰਦ ਗੰਮੜੇ ਸਤਿਗੁਰੂ ਜੀ ਦਾ ਇੱਥੇ ਹੋਣਾ ਧਰਤੀ ਨੂੰ ਮਾਣ ਹੋਇਆ ਕਿ ਮੇਰੇ ਤੇ ਨਿਰੰਕਾਰ ਆਪ ਆ ਕੇ ਚਰਨ ਧਰ ਰਹੇ ਆ। 10 ਪਾਤਸ਼ਾਹੀਆਂ ਦੇ ਆਉਣ ਨਾਲ ਧਰਤੀ ਦਾ ਭਾਰ ਹੌਲਾ ਹੋ ਗਿਆ ਪਾਪਾਂ ਦਾ। ਆਕਾਸ਼ ਵੀ ਉਸ ਸਰੂਪ ਨੂੰ ਵੇਖ ਕਰਕੇ ਗਦ ਗਦ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਦਾ ਤੇਜ ਪ੍ਰਤਾਪ ਦਾ ਸਾਧ ਸੰਗਤ ਜੀ 14 ਲੋਕਾਂ 'ਚ ਸਾਰੀ ਕਾਇਨਾਤ 'ਚ ਕੋਈ ਨਹੀਂ ਉਸ ਦੀ ਬਰਾਬਰਤਾ ਕਰ ਸਕਦਾ। ਤੇ ਮਹਾਰਾਜ ਜੀ ਨੇ ਉਸ ਤੇਜ ਪ੍ਰਤਾਪ ਨੂੰ, ਆਪਣੇ ਤੇਜ ਪ੍ਰਤਾਪ ਨੂੰ ਕਿਹਨੂੰ ਦਿੱਤਾ? ਸ਼ਬਦ ਕਹੇ ਐ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇਜ ਪ੍ਰਤਾਪ ਹੈ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਦੇ ਮਸਤਕ ਤੇ ਬਾਜਾਂ ਵਾਲੇ ਸਤਿਗੁਰੂ ਦਾ ਤੇਜ ਪ੍ਰਤਾਪ ਹੈ। ਸਾਧ ਸੰਗਤ ਜੀ ਇਸ ਧਰਤੀ ਤੇ ਆਉਂਦੇ ਜਰਵਾਣਿਆਂ ਨੂੰ ਤਾਂ ਹੀ ਤਾਂ ਠੱਲ ਪਈ ਹੈ। ਮੌਤ ਨੂੰ ਇਉਂ ਹੱਸ ਹੱਸ ਕੇ ਪ੍ਰਵਾਨ ਕਰਦੇ ਜਿਵੇਂ ਸ਼ਮਾਂ ਦੇ ਉੱਤੇ ਪਰਵਾਨੇ ਆ ਕਰਕੇ ਸੜਦੇ ਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਜਾਚ ਸਿਖਾਈ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਯੁੱਧ ਹੁੰਦਾ ਤੇ ਯੁੱਧ ਦੇ ਸਮੇਂ ਖਾਲਸੇ ਨੂੰ ਸੰਬੋਧਨ ਕਰਦੇ। ਚਮਕੌਰ ਸਾਹਿਬ ਦੀ ਗੜੀ 'ਚ ਵੀ ਸੰਬੋਧਨ ਕੀਤਾ। ਗੜੀ ਦਾ ਦਰਵਾਜ਼ਾ ਖੁੱਲਣ ਤੋਂ ਪਹਿਲਾਂ ਜਦੋਂ ਨਿਰਣਾਇਕ ਯੁੱਧ ਹੋਣਾ ਸੀ, ਸਤਿਗੁਰਾਂ ਜੀ ਨੇ ਆਖਿਆ, ਖਾਲਸਾ ਜੀ ਅੱਜ ਦੇ ਦਿਨ ਨੂੰ ਸਾਰੀ ਕਾਇਨਾਤ ਯਾਦ ਕਰੇਗੀ। ਜਿੱਦਣ ਚਮਕੌਰ ਸਾਹਿਬ ਦਾ ਯੁੱਧ ਹੁੰਦਾ ਹੈ ਨਾ, ਸਾਰੇ ਸਾਲ ਵਿੱਚੋਂ ਸਾਧ ਸੰਗਤ ਜੀ ਇਹ ਛੋਟਾ ਦਿਨ ਹੁੰਦਾ। ਸਾਰੇ ਸਾਲ ਵਿੱਚੋਂ ਛੋਟੇ ਦਿਨ ਵਿੱਚ ਸਭ ਤੋਂ ਵੱਡਾ ਇਤਿਹਾਸ ਸਰਜੇ। ਦੁਨੀਆ ਦੇ ਅੰਦਰ ਤੁਸੀਂ ਕਿਸੇ ਕੌਮ ਦਾ, ਕਿਸੇ ਦੇਸ਼ ਦਾ, ਕਿਸੇ ਫਿਰਕੇ ਦਾ ਇਤਿਹਾਸ ਪੜ੍ਹ ਲੈਣਾ। ਚਮਕੌਰ ਸਾਹਿਬ ਵਰਗਾ ਯੁੱਧ ਜੇ ਮੈਨੂੰ ਕੱਢ ਕੇ ਵਿਖਾਓ ਤਾਂ ਸਾਧ ਸੰਗਤ ਜੀ ਕਹਿਣ ਤੋਂ ਭਾਵ ਕਿ ਹੈ ਨਹੀਂ।
ਚਮਕੌਰ ਸਾਹਿਬ ਵਰਗਾ ਯੁੱਧ ਹੈ ਨਹੀਂ ਸੰਸਾਰ ਵਿੱਚ ਕਿਧਰੇ ਕਿਸੇ ਕੌਮ ਕੋਲ। ਕਰਬਲਾ ਦੇ ਯੁੱਧ ਦੀ ਜੇ ਗੱਲ ਕਰੋਗੇ ਤਾਂ ਉਹ ਵੀ ਤੁਲਨਾ ਵਿੱਚ ਚਮਕੌਰ ਸਾਹਿਬ ਦੇ ਬਰਾਬਰ ਨਹੀਂ ਪਹੁੰਚਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਮਣੇ ਸਾਧ ਸੰਗਤ ਜੀ 40 ਲੱਖ ਖਾਲਸਾ ਖੜਾ ਹੈ, ਭਾਵ 40 ਸਿੰਘ ਨੇ, ਤੇ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਦਾਤ ਦੇਣ ਲੱਗਿਆਂ ਬਚਨ ਸੀ ਕਿ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ 40 ਲੱਖ ਖਾਲਸਾ ਹੈ, ਬਾਹਰ 10 ਲੱਖ ਫੌਜ ਹੈ। ਕਰੀਬ ਬਰਾਬਰ ਤਾਂ ਫਿਰ ਉਹ ਕਰ ਲੈਣਗੇ, ਅਗੰਮੀ ਸ਼ਕਤੀ ਵਰਤਦੀ ਹੈ। ਤੇ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੜੀ ਦੇ ਵਿਹੜੇ ਵਿੱਚ ਖਲੋ ਕੇ, ਛੋਟਾ ਥੜਾ ਸੀ ਉਹਦੇ ਤੇ ਖਲੋ ਕੇ ਮਹਾਰਾਜ ਨੇ ਆਪਣੇ ਉਹਨਾਂ 40 ਮਰ ਜੀਵੜਿਆਂ ਨੂੰ ਸੰਬੋਧਨ ਕੀਤਾ ਸੀ। ਸਤਿਗੁਰਾਂ ਜੀ ਨੇ ਕਿਹਾ, ਖਾਲਸਾ ਜੀ ਅੱਜ ਦੇ ਦਿਨ ਜਦੋਂ ਤੁਸੀਂ ਰਣ ਤੱਤੇ ਵਿੱਚ ਨਿਕਲ ਕੇ ਵੀਰ ਗਤੀ ਨੂੰ ਪ੍ਰਾਪਤ ਹੋਵੋਗੇ, ਛਾਤੀ ਤੇ ਗੋਲੀਆਂ ਤੇ ਤੀਰਾਂ ਦਾ ਵਾਰ ਖਾਓਗੇ, ਮੂੰਹ ਦੇ ਉੱਤੇ ਛਾਤੀ ਦੇ ਉੱਤੇ ਤਲਵਾਰਾਂ ਦੇ ਵਾਰ ਚੱਲੋਗੇ, ਜਿੰਨੀ ਵੀਰਤਾ ਨਾਲ ਲੜੋਗੇ ਸਿੱਖੀ ਅਮਰ ਤੇ ਅਟਲ ਹੋ ਜਾਵੇ। ਇਹ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿੰਦਿਆਂ ਹੋਇਆਂ ਫਿਰ ਕਹੇ, ਹੱਸਦਿਆਂ ਹੋਇਆਂ ਮੁਸਕਰਾਉਂਦਿਆਂ ਹੋਇਆਂ ਮਹਾਰਾਜ ਨੇ ਕਿਹਾ, ਖਾਲਸਾ ਜੀ ਤੁਹਾਡੇ ਦੋਵਾਂ ਹੱਥਾਂ 'ਚ ਹੀ ਲੱਡੂ ਹੈ। ਇੱਕ ਹੱਥ ਵਿੱਚ ਲੱਡੂ ਹੋਵੇ ਨਾ ਤੇ ਦੂਸਰੇ ਦਾ ਲੱਡੂ ਵੱਡਾ ਜਾਪਦਾ ਹੁੰਦਾ। ਮਹਾਰਾਜ ਕਹਿੰਦੇ, ਖਾਲਸਾ ਜੀ ਤੁਹਾਡੇ ਦੋਹਾਂ ਹੱਥਾਂ 'ਚ ਹੀ ਗੁਰੂ ਨਾਨਕ ਸਾਹਿਬ ਲੱਡੂ ਦੇ ਦਿੱਤੇ। ਸਤਿਗੁਰੂ ਜੀ ਕਹਿੰਦੇ, ਰਣ ਤੱਤੇ ਵਿੱਚ ਸ਼ਹੀਦ ਹੋਏ ਤੇ ਸਿੱਧੇ ਹੀ ਸੱਚਖੰਡ। ਜੇ ਜਿਉਂਦੇ ਰਹੇ ਤੇ ਸਾਰੀਆਂ ਹਕੂਮਤਾਂ ਤੁਹਾਡੀਆਂ ਦਾਸ ਬਣ ਜਾਣਗੇ। ਇੱਥੇ ਐਡਾ ਭਾਰੀ ਜਸ ਕਿ ਹਕੂਮਤਾਂ ਚਰਨ ਚੁੰਮਣਗੀਆਂ। ਸ਼ਹੀਦ ਹੋ ਗਏ ਤੇ ਸੱਚਖੰਡ ਵਿੱਚ ਸਾਡੇ ਸਰੂਪ ਵਿੱਚ ਅਭੇਦ ਹੋ ਜਾਓਗੇ। ਹੈ ਨਾ ਦੋਹਾਂ ਹੱਥਾਂ ਵਿੱਚ ਲੱਡੂ। ਖਾਲਸਾ ਮੁਕਤ ਪੁਰਖ ਹੈ। ਖਾਲਸਾ ਪਾਪ ਤੋਂ ਪੁੰਨ ਤੋਂ ਪਰਾਂ ਹੈ। ਜੋ 21ਵੀਂ ਅਸ਼ਟਪਦੀ ਆਪਾਂ ਸੁਣੀ ਨਾ, 5 ਪ੍ਰਕਾਰ ਦੀ ਪਰਲੋਂ, ਇਹ ਖਿਆਲਸੇ ਦੇ ਅੰਦਰ ਗਿਆਨ ਪਰਲੋਂ ਸਦਾ ਹੀ ਸਥਿਤ ਰਹਿੰਦੀ ਹੈ। ਸੰਸਾਰ ਦੇ ਰਿਸ਼ਤੇ ਨਾਤੇ, ਦੁੰਦਵਾਦ, ਆਸਾ ਤ੍ਰਿਸ਼ਨਾ, ਇਸ ਬੰਧਨ ਤੋਂ ਮੁਕਤ ਹੁੰਦਾ ਖਾਲਸਾ। ਪਰ ਹੋਵੇ ਖਾਲਸਾ ਅੰਦਰੋਂ ਤੇ ਬਾਹਰੋਂ। ਤਾਂ ਹੀ ਸਤਿਗੁਰੂ ਜੀ ਨੇ ਕਿਹਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਰੀ ਸ਼ਕਤੀ ਜਿਹਦੇ ਅੰਦਰ ਵਰਤ ਰਹੀ ਹੋਵੇ, ਦੱਸੋ ਉਹਦੇ ਅੱਗੇ ਕੌਣ ਅੜਜੂ? ਉਹ ਕਿਸੇ ਦੇ ਅੱਗੇ ਝੁਕ ਕਿਵੇਂ ਜਾਊਗਾ ਜਿਹਦੇ ਅੰਦਰ ਪ੍ਰਤੱਖ ਆਪ ਹੀ ਬਾਜਾਂ ਵਾਲੇ ਸਤਿਗੁਰੂ ਵਰਤ ਰਹੇ। ਇਸੇ ਕਰਕੇ ਜਿਹੜੇ ਜਰਵਾਣੇ ਸੀ ਨਾ, ਉਹ ਸਾਧ ਸੰਗਤ ਜੀ ਸਾਡਾ ਖਾਲਸੇ ਦਾ ਕਿਰਦਾਰ ਵੇਖ ਕਰਕੇ ਹੈਰਾਨ ਹੋ ਜਾਂਦੇ। ਜ਼ਿਕਰ ਆਇਆ ਇਸ ਅੱਗੇ ਇੱਕ ਵਾਰ ਅਬਦਾਲੀ ਨੇ ਪੁੱਛਿਆ ਮੀਰਾਂ ਵਜ਼ੀਰਾਂ ਨੂੰ ਕਿ ਇਹ ਕੌਣ ਲੋਕ ਨੇ, ਇਹ ਕਿਹੋ ਜਿਹੇ ਨੇ, ਲੱਭਦੇ ਹੀ ਨਹੀਂ। ਪਰ ਖੁਰੇ ਕਿੱਥੋਂ ਨਿਕਲ ਕੇ ਆ ਜਾਂਦੇ ਆ, ਮੈਨੂੰ ਤੁਰਨਾ ਔਖਾ ਕਰ ਦਿੰਦੇ, ਸਾਰਾ ਕੁਝ ਹੀ ਫਿਰ ਲੁੱਟ ਕੇ ਲੈ ਜਾਂਦੇ। ਅਬਦਾਲੀ ਹਿੰਦੁਸਤਾਨ ਨੂੰ ਲੁੱਟਦਾ, ਖਾਲਸੇ ਅਬਦਾਲੀ ਨੂੰ ਲੁੱਟ ਲੈਂਦੇ। ਤੇ ਫਿਰ ਉਹ ਅਮੀਰ ਵਜ਼ੀਰ ਕਹਿੰਦੇ, ਬਾਦਸ਼ਾਹ ਅਸਲੀ ਸਿੰਘ ਤਾਂ ਲੱਭਣਾ ਬੜਾ ਔਖਾ ਹੈ। ਇਸ ਦੇਸ਼ ਦੇ ਲੋਕ ਉਹਨਾਂ ਨੂੰ ਜਾਣਦੇ ਆ, ਪਰ ਪਹਿਲਾਂ ਅਮੀਰਾਂ ਵਜ਼ੀਰਾਂ ਨੇ ਕਿਹਾ ਕਿ ਬਾਦਸ਼ਾਹ ਐਵੇਂ ਹੀ ਹੈ। ਬਾਦਸ਼ਾਹ ਨੂੰ ਖੁਸ਼ ਕਰਨ ਲਈ ਅਮੀਰ ਵਜ਼ੀਰ ਬੋਲਦੇ, ਬਾਦਸ਼ਾਹ ਐਵੇਂ ਹੀ ਹੈ, ਉਹਨਾਂ ਦੀ ਕੋਈ ਖਾਸ ਗੱਲ ਨਹੀਂ। ਕਹਿੰਦਾ, ਖਾਸ ਗੱਲ ਕਿਉਂ ਨਹੀਂ? ਉਹ ਮੇਰੀ ਫੌਜ ਦਾ ਐਡਾ ਨੁਕਸਾਨ ਕਰ ਦਿੰਦੇ ਆ। ਉਹ ਰਹਿੰਦੇ ਕਿੱਥੇ ਆ, ਖਾਂਦੇ ਪੀਂਦੇ ਕੀ ਆ, ਕਿਲੇ ਕਿਹੜੇ ਨੇ, ਉਹਨਾਂ ਕੋਲ ਮਨੀਸ਼ਨ ਕੀ ਹੁੰਦਾ ਹੈ, ਭਾਵ ਸ਼ਸਤਰ ਕਿਹੋ ਜਿਹੇ ਨੇ। ਤੇ ਉਹ ਕਹਿੰਦੇ ਆ, ਪੰਥ ਪ੍ਰਕਾਸ਼ ਨੇ ਜ਼ਿਕਰ ਕੀਤਾ, ਕਹਿੰਦੇ ਛੋਟੇ ਜੈਸੇ ਘੋਰੜੂ ਹੈ, ਟੁੱਟੇ ਜੈਸੇ ਤੇਗੜੂ ਹੈ, ਲੀਰੜੂ ਮਿਆਨ ਜਾ ਕੇ ਗੱਠ ਸੱਠ ਗਾਤਰੂ ਬਣਾਇਓ ਸਭਿਓ ਸਾਜ ਹੈ।
नाम के अकालड़ू है फेरे बुरे हालड़ू है, लुट खुट खावणे को ढाडे उस्ताद है। 100 कोस भगे ही जै हैं, चलते सोबत खड़ के खै हैं, सिंह मूए तो कुणका वरतै हैं। ये अपने वालों निंदा कर रहे हैं खालसे दी, पर निंदा विचों भी खालसे दा उच्चा किरदार प्रगट हो रहा। कहते छोटे जैसे घोरड़ू हैं, छोटे छोटे में घोड़े आ मरे जे, क्योंकि ਸਿੰਘਾਂ कोल फिर साध संगत जी कई बारी तां बहुत ऐसे मारू थल विच चले जाते जिथे घोड़ियां में तापड़े नाल लग जाते। कई बारी ਸਿੰਘਾਂ ਨੂੰ मारू थल दे इलाकिਆਂ 'ਚ भी जाना पिया। जरवाणिਆਂ ਦਾ बहुत जोर ਵੱਧਦਾ ਤੇ ਉਹ ਖਾਲਸਾ धरती बदल ਦਿੰਦਾ। कहते छोटे जैसे घोरड़ू हैं, मैं छोटे छोटे जे घोड़े आ सीगे तो कई चंगे भी एवें हुण करदे तां निंदा है ना अपने वालों। कहते छोटे जैसे घोरड़ू हैं, टुटे जैसे तेगड़ू हैं। कहते जिहड़ी उन्होंने तलवार पाई हुंदी उहनूं तलवार नहीं कहंदे, कहंदे तेग है। ते टुटियां टुटियां जिहियां तेगां हैं ते म्यान है नहीं उन्हां कोल लकड़ दे, लीरड़ू म्यान जाके उत्ते लीरां लवेटियां हुंदियां। कहंदे म्यान है खालसे दा। इन्नी गरीबी विच रह के भी गुरु साहब का शुक्र करते। असीं इन्ने पदार्थ खा के भी कहने हाय महाराज की दिता जी, हाय महाराज की दिता जी, मर गया मैं तो। देखो खालसे का किरदार। छोटे जैसे घोरड़ू है, टुटे जैसे तेगड़ू है, लीरड़ू म्यान जाके गठ सठ गातरो बनायो सभे साज है। कहते वो लीरां दीयां गंढां मार मार के गातरे पाया हुंदा, गल च पाया हुंदा, तो सारियां लीरां दीयां गंढां नूं कहंदे साडा गातरा है। उहनूं गातरा कहंदे। गठ सठ गंढां दे दे करके बनायो सभे साज है। फिर कहंदे उहनां दा नाम की है? कहंदे नाम के अकालड़ू है। नाम दे कहंदे असीं अकाल दी फौज, रब नाल गल है साडी। नाम के अकालड़ू है, पर कहंदे फिरे बुरे हालड़ू है, बुरे हालां नाल जंगल च फिरदे। पर एक गल है बादशाह, कहंदा कि कहंदा है तां नाम के अकालड़ू है, फिरे बुरे हालड़ू है, पर लुट खुट खावणे को डाढे उस्ताद है। जालम नूं लुटण वास्ते उहनूं सज़ा देण लई बाहले ही ज़्यादा बली ने, फिर नहीं टलदे। कल्ला कल्ला ही कईयां ते भारू पैंदा। फिर कहंदा वो रहिंदे कित्थे आ? कहते तुरे फिरदे रहिंदे। कहते किधर किधर नूं? कहंदे 100 कोस भगे ही जाए, 100 कोस भजे ही जाते, थकदे ही नहीं। चलते सोवत, घोड़ियां दा जदों चाला हुंदा काठी ते ही सौ लैंदे। घोड़े दी काठी ते बैठे ही सौ जांदे आ। खड़ के खै हैं जदों युद्ध दा समा होवे खलोते ही लंगर छक लैंदे, फिर नहीं बहिंदे चौंकड़ा ला के। भाई तारू सिंह साहब कहा 2 महीनों के भुखे सी, खालसा जी लंगर छक लो। नाल ही दसता कि बीबियां नूं बन के लई जांदे आ, उत्थे ही प्रशादा रखता। कहा भाई तारू सिंह हुण पहिलां पर पुकार वाला काम करिए जिहड़ा गुरु गोबिंद सिंह साहब सानूं आखिआ, जींदे रहे ते रोटी आके खावांगे। साडा इतिहास है 30,000 लड़कियां छडाइयां सी, 30,000। उदों बल्लो के डैम जिथे बनया होया इत्थे युद्ध होया सी। ते फिर ਸਿੰਘਾਂ ने आके कहा लिया भाई तारू सिंह हुण तेरा प्रशादा छकीए। 2.5 महीनों के भुखियां ने, अंदाजा लाओ। नाम के अकालड़ू है, तां ही नाम दे अकाली है ना। तो वो निंदा करदियां होइयां भी खालसे का उच्चा किरदार प्रगट हो रहा है। नाम के अकालड़ू है, फिरे बुरे हालड़ू है, लुट खुट खावणे को डाढे उस्ताद हैं। 100 कोस भगे ही जा हैं, चलते सोबत खड़ के खै हैं। पर कहंदा बादशाह एक होर गल है, जे उन्हां दा साथी कोई चढ़ाई कर जे ना, फौत हो जावे, मुसलमान फौत कहंदे आ ना मरन नूं, कहंदे जे फौत हो जावे ते ओ रोंदे नहीं हैं। वो दाली कहंदा की करदे आ फिर? कहंदा सिंह मूए तो कुणका वरतै है, कड़ा प्रसाद वरता के जकारे छड्डदे आ खुशी दे। हैरान हो गया सुन के, कहंदा भी ऐ करो मैं वेखणे आ, मैनूं विखाओ।
ਉਹ ਕਹਿੰਦੇ ਬਾਦਸ਼ਾਹ ਅਸਲੀ ਸਿੰਘ ਤਾਂ ਹੁਣ ਅਸਲੀ ਸ਼ੇਰ ਜੰਗਲ ਦਾ, ਅਸਲੀ ਜਿਹਨੂੰ ਨਾ ਕਿਸੇ ਮਾਸਟਰ ਸਿਖਾਇਆ ਹੋਵੇ, ਉਹ ਫਿਰ ਸ਼ੇਰ ਦਾ ਸਾਹਮਣਾ ਤਾਂ ਕੋਈ ਮਾਈ ਦਾ ਲਾਲ ਹੀ ਕਰ ਸਕਦਾ ਨਾ। ਅਸਲੀ ਖਾਲਸੇ ਦਾ ਸਾਹਮਣਾ ਕੌਣ ਜਰਵਾਣਾ ਕਰ ਸਕਦਾ। ਫਿਰ ਕਹਿੰਦੇ ਬਾਦਸ਼ਾਹ ਇੱਕ ਉਪਾਅ ਹੈ ਕਿ ਆਪਾਂ ਭੰਡਾਂ ਕੋਲੋਂ ਨਕਲ ਕਰਾ ਦਿੰਨੇ। ਕਹਿੰਦੇ ਲਿਆਓ ਭੰਡ ਬਈ, 30-40 ਭੰਡ ਲੈਣ ਦੇ। ਉਹਨਾਂ ਨੂੰ ਖਾਲਸੇ ਵਾਲਾ ਪਹਿਰਾਵਾ ਪਹਿਨਾਇਆ ਗਿਆ। ਕਿਹਾ ਤੁਸੀਂ ਸਿੰਘਾਂ ਦੀ ਨਕਲ ਕਰਨੀ ਹੈ ਬਾਦਸ਼ਾਹ ਦੇ ਸਾਹਮਣੇ। ਕਹਿੰਦੇ ਬਈ ਤੁਸੀਂ ਲੈ ਤਾਂ ਚੱਲਿਓ, ਪਰ ਸਾਡੀ ਪਹਿਲਾਂ ਬਾਦਸ਼ਾਹ ਨਾਲ ਗੱਲ ਕਰਾਓ। ਕਹਿੰਦੇ ਉੱਥੇ ਤੁਸੀਂ ਗੱਲ ਵੀ ਕਰ ਲਿਓ। ਭੰਡ ਆ ਗਏ। ਕਹਿੰਦੇ ਬਾਦਸ਼ਾਹ ਸਲਾਮਤ, ਅਸੀਂ ਸਿੰਘਾਂ ਦੀ ਨਕਲ ਤਾਂ ਲਾ ਦਾਂਗੇ, ਪਰ ਗੱਲ ਇਹ ਹੈ ਵੀ ਸਰਕਾਰ ਸਾਡੀ ਸਿਰ ਕਲਮ ਦੀ ਮਾਫੀ ਕਰੇ ਨਾ। ਤੁਸੀਂ ਗੁੱਸੇ 'ਚ ਆ ਕੇ ਫਿਰ ਸਾਨੂੰ ਸਿਰ ਹੀ ਕਲਮ ਕਰ ਦਿਓ। ਅਸੀਂ ਸਿੰਘਾਂ ਦੀ ਨਕਲ ਤਾਂ ਲਾ ਦਿੰਨੇ। ਅਬਦਾਲੀ ਕਹਿੰਦਾ ਵੀ ਤੁਹਾਨੂੰ ਮਾਫੀ ਹੈ, ਜੋ ਤੁਸੀਂ ਕਹੋ ਅਸੀਂ ਗੁੱਸਾ ਨਹੀਂ ਕਰਾਂਗੇ। ਕਰੋ, ਸਿੰਘਾਂ ਦੀ ਨਕਲ ਕਰਕੇ ਵਿਖਾਓ। ਸਿੰਘਾਂ ਦੇ ਬੋਲੇ ਪੰਥ ਪ੍ਰਕਾਸ਼ 'ਚ ਲਿਖੇ ਹੈ। ਜਦੋਂ ਭੰਡਾਂ ਨੇ ਨਕਲ ਉਤਾਰੀ ਨਾ, ਅਬਦਾਲੀ ਨੂੰ ਕਦੇ ਕਦੇ ਗੁੱਸਾ ਆਵੇ, ਵਜ਼ੀਰ ਫਿਰ ਕਹਿਣ ਬਾਦਸ਼ਾਹ ਸਲਾਮਤ ਭੰਡੀ ਹੈ, ਕੁਛ ਨਹੀਂ ਹੁੰਦਾ। ਉਹਨੂੰ ਕ੍ਰੋਧ ਆਵੇ, ਕਿਉਂਕਿ ਸਿੰਘਾਂ ਦੇ ਬੋਲੇ ਫਿਰ ਬੜੇ ਕਰਾਰੇ ਸੀ। ਇੱਕ ਰੁੱਖ ਤੇ ਚੜਿਆ ਹੋਇਆ ਦੂਰਬੀਨ ਲੈ ਕੇ ਵੇਖ ਰਿਹਾ। ਅਬਦਾਲੀ ਕਹਿੰਦਾ ਇਹ ਕੀ ਹੈ? ਕਹਿੰਦੇ ਇਹ ਟਾਂਗੂ ਹੈ। ਜਦੋਂ ਜੰਗਲ 'ਚ ਕਾਨੂੰ ਆਣ ਦਾ ਛੰਭ ਵੀ ਹੈ ਨਾ, ਜਿੱਥੇ ਇੱਥੇ ਸਿੰਘ ਉੱਤੇ ਸਿਖਰ ਤੇ ਜਿਹੜਾ ਚੰਗਾ ਵੱਡਾ ਉੱਚਾ ਲੰਮਾ ਰੁੱਖ ਹੈ, ਉੱਥੇ ਇੱਕ ਜਾਣਾ ਹਰ ਵੇਲੇ ਡਿਊਟੀ ਦਿੰਦਾ, ਬਦਲ ਬਦਲ ਕੇ ਆਪਣਾ ਪਹਿਰਾ ਦਿੰਦੇ। ਉਹਨਾਂ ਕੋਲ ਫਿਰ ਪੁਰਾਣੀਆਂ ਦੂਰਬੀਨਾਂ ਹੁੰਦੀਆਂ ਸੀ, ਉਹਦੇ ਨਾਲ ਦੂਰ ਵੇਖ ਲੈਂਦੇ ਸੀ ਕਿ ਦੁਸ਼ਮਣ ਆ ਰਿਹਾ। ਜਿਹੜੇ ਬੁੰਗੇ ਵੀ ਬਣੇ ਆ ਨਾ ਰਾਮਗੜੀਆ ਮਿਸਲ ਦੇ ਸ੍ਰੀ ਦਰਬਾਰ ਸਾਹਿਬ, ਇਹ ਹਰਮੰਦਰ ਸਾਹਿਬ ਦੀ ਰੱਖਿਆ ਵਾਸਤੇ ਬਣਾਏ ਗਏ ਸੀ। ਦੂਰੋਂ ਪਤਾ ਲੱਗ ਜਾਂਦਾ ਸੀ। ਕਹਿੰਦੇ ਬਾਦਸ਼ਾਹ ਨੂੰ ਟਾਂਗੂ ਕਹਿੰਦੇ ਆ। ਉੱਚਾ ਚੜਿਆ, ਇਹ ਦੱਸਦਾ ਹੈ ਕਿ ਕੀ ਹੋ ਰਿਹਾ ਹੈ। ਅੱਛਾ, ਥੱਲੇ ਸਿੰਘ ਖੜੇ ਆ, ਹੁਣ ਉਹ ਨਕਲ ਲਾ ਕੇ ਦਿਖਾ ਰਹੇ। ਉਹ ਉੱਚਾ ਚੜਿਆ ਟਾਂਗੂ ਜਿਹੜਾ ਨਾ, ਕਹਿੰਦਾ ਖਾਲਸਾ ਜੀ। ਥਿਲੜੇ ਭੰਡ ਕਹਿੰਦੇ ਹਾਂ ਜੀ। ਕਹਿੰਦਾ ਦੁਸ਼ਮਣ ਨੇ ਹੱਲਾ ਬੋਲਤਾ, ਤਿਆਰਾ ਕਰ ਲੋ। ਉਧਰੋਂ ਵਜ਼ੀਰਾਂ ਨੂੰ ਕਿਹਾ ਕਿ ਤੁਸੀਂ ਭਾਈ 50 ਪਠਾਨ ਜਿਹੜੇ ਆ ਉਹ ਸਾਡੇ ਤੇ ਜਿਹੜੇ ਆ ਵੱਲ ਨੂੰ ਤੋਰੋ, ਸਾਡੇ ਤੇ ਹਮਲਾ ਕਰਨ। ਪਰ ਮਨਸੂਹੀ ਲੜਾਈ ਅਸੀਂ ਕੇਵਲ ਦਿਖਾਵਾਂਗੇ ਕਿ ਸਿੰਘ ਗੱਲਾਂ ਕਿਵੇਂ ਕਰਦੇ ਆ ਯੁੱਧ ਵੇਲੇ ਤੇ ਕਿਵੇਂ ਲੜਦੇ। ਉਹ ਕਹਿੰਦੇ ਠੀਕ ਹੈ। 50 ਪਠਾਨ ਜਿਹੜੇ ਸੀ ਹੱਲਾ ਕਰਨ ਵਾਸਤੇ ਆਏ। ਉਧਰੋਂ ਟਾਂਗੂ ਨੇ ਕਿਹਾ ਖਾਲਸਾ ਜੀ ਦੁਸ਼ਮਣ ਦਾ ਹੱਲਾ ਹੋ ਗਿਆ। ਬਾਬਰ ਕੀ ਫੌਜ, ਇਹ ਬਾਬਰ ਕੀ ਫੌਜ ਬੋਲਦੇ ਖਾਲਸੇ, ਚੜ ਕੇ ਆ ਗਈ। ਤੇ ਜਿਹੜਾ ਉਹਨਾਂ ਦਾ ਮੁਖੀ ਬਣਿਆ ਸੀ ਨਾ ਜਥੇਦਾਰ ਭੰਡ, ਉਹ ਕਹਿੰਦਾ ਆਓ ਖਾਲਸਾ ਜੀ ਆਪਾਂ ਅਰਦਾਸ ਕਰੀਏ। ਅਰਦਾਸ ਉਹ ਜਦੋਂ ਕਰਨ ਲੱਗੇ ਤੇ ਅਬਦਾਲੀ ਕਹਿੰਦਾ ਇਹ ਕੀ ਕਰਦੇ ਹੱਥ ਜੋੜ ਕੇ। ਵਜ਼ੀਰ ਕਹਿੰਦੇ ਬਾਦਸ਼ਾਹ ਇਹ ਕੋਈ ਵੀ ਕੰਮ ਹੋਵੇ ਨਾ ਤਾਂ ਉਹਦੇ ਲਈ ਅਰਦਾਸ ਕਰਦੇ। ਇਹ ਆਪੂ ਨਹੀਂ ਆਪਣੇ ਆਪ ਨੂੰ ਕੁਝ ਕਰਨ ਜੋਗਾ ਸਮਝਦੇ, ਇਹ ਖੁਦਾ ਦੇ ਉੱਤੇ ਸਾਰੀ ਗੱਲ ਸਿੱਟ ਦਿੰਦੇ ਤੇ ਖੁਦਾ ਨੂੰ ਕਹਿੰਦੇ ਆ ਜੇ ਤੂੰ ਸਾਨੂੰ ਮਾਰੇ ਤੇ ਤਾਂ ਵੀ ਅਸੀਂ ਖੁਸ਼ ਹਾਂ, ਤੇ ਜੇ ਸਾਡੇ ਰਾਹੀਂ ਜ਼ਾਲਮ ਨੂੰ ਮਾਰੇ ਤੇ ਤਾਂ ਵੀ ਖੁਸ਼ ਹਾਂ। ਅਕਾਲ ਦੀ ਇਹ ਖੁਦਾ ਦੀ ਰਜ਼ਾ 'ਚ ਰਹਿੰਦੇ। ਅਬਦਾਲੀ ਹੈਰਾਨ ਹੋ ਗਿਆ। ਕਹਿੰਦਾ ਹੁਣ ਕੀ ਕਰਨ ਲੱਗੇ ਆ? ਕਹਿੰਦੇ ਆਪਣੇ ਇਬਾਦਤ ਕਰਨ ਲੱਗੇ ਆ, ਆਪਣੇ ਇਸ਼ਟ ਨੂੰ ਯਾਦ ਕਰਨ ਲੱਗੇ। ਕਹਿੰਦਾ ਪਿੱਛੇ ਤੇ ਦੁਸ਼ਮਣ ਚੜ ਆਇਆ, ਜਦੋਂ ਦੁਸ਼ਮਣ ਦਾ ਹੱਲਾ ਹੋਵੇ ਕੋਲ ਆ ਜਾਏ ਦੁਸ਼ਮਣ, ਉਦੋਂ ਵੀ ਇਹ ਇਬਾਦਤ ਕਰਦੇ ਆ। ਕਹਿੰਦਾ ਹਾਂ ਬਾਦਸ਼ਾਹ, ਸਿਰ ਤੇ ਮੌਤ ਖੜੀ ਹੋਵੇ, ਇਹਨਾਂ ਦੇ ਗੁਰੂ ਨੇ ਸਿਖਾਇਆ ਹੀ ਇਹਨਾਂ ਨੂੰ ਇਹ ਹੈ ਕਿ ਸਭ ਤੋਂ ਪਹਿਲਾਂ ਨਿਰੰਕਾਰ ਨੂੰ ਯਾਦ ਕਰਨਾ। ਦੁਸ਼ਟ ਜਲਾਦ ਚਾਂਦਨੀ ਚੌਂਕ ਵਿੱਚ ਨੰਗੀ ਤਲਵਾਰ ਲੈ ਕੇ ਖਲੋਤਾ ਸੀ। ਹਜੂਰ ਬੇਖੌਫ ਗੁਰੂ ਤੇਗ ਬਹਾਦਰ ਸਾਹਿਬ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ। ਇਹ ਗੁਰੂਦੇਵ ਨੇ ਸਿਖਾਇਆ ਹੈ। ਇੱਕ ਪਾਸੇ ਸਰਸਾ ਦੇ ਕੰਢੇ ਤੇ ਗੋਲੀਆਂ ਮੀਂਹ ਵਾਂਗ ਵਰਦੀਆਂ ਸੀ, ਸਰ ਸਰ ਕਰਦੇ ਤੀਰ ਚੱਲਦੇ ਸੀ।
ਗੁਰੂਦੇਵ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ। ਇਹ ਵਜ਼ੀਰ ਕਹਿੰਦੇ ਇਹਨਾਂ ਦੇ ਗੁਰੂ ਨੇ ਸਿਖਾ ਦਿੱਤਾ, ਇਹਨਾਂ ਨੂੰ ਸਿਰ ਤੇ ਮੌਤ ਖੜੀ ਹੈ ਤਾਂ ਵੀ ਇਬਾਦਤ ਕਰਦੇ ਆ। ਅਬਦਾਲੀ ਕਹਿੰਦਾ ਇਸ ਕੌਮ ਨੂੰ ਕੋਈ ਨਹੀਂ ਮਾਰ ਸਕਦਾ, ਇਹ ਤਾਂ ਬੇਖੌਫ ਹੈ ਮੌਤ ਤੋਂ। ਅਰਦਾਸ ਕੀਤੀ ਹੈ 10 ਪਾਤਸ਼ਾਹੀਆਂ ਦਾ ਨਾਂ ਲੈ ਕੇ ਉਹਨਾਂ ਭੰਡਾਂ ਨੇ। ਜਦੋਂ ਅਰਦਾਸ ਕਰਕੇ ਜਕਾਰੇ ਛੱਡੇ ਆ ਨਾ, ਉਹ 30-40 ਭੰਡ ਟੁੱਟ ਕੇ ਪੈ ਗਏ ਪਠਾਣਾਂ ਤੇ। ਆਹੂ ਲਾਹ ਸਿੱਟੇ ਪਠਾਣਾਂ ਦੇ, ਕਈ ਪਠਾਨ ਵੱਢ ਸਿੱਟੇ। ਬੜੀ ਮੁਸ਼ਕਲ, ਭੰਡ ਵੀ ਕਈ ਸ਼ਹੀਦ ਹੋ ਗਏ। ਬੜੀ ਮੁਸ਼ਕਲ ਨਾਲ ਕਾਬੂ ਕੀਤੇ ਪਠਾਣਾਂ ਦੀ ਫੌਜ ਨੇ, ਤੇ ਉਹ ਫਿਰ ਵੀ ਵਸ ਨਾ ਆਉਣ। ਇੱਕ ਭਰ ਕੇ ਪਾਣੀ ਦੀ ਬਾਲਟੀ, ਜਿਹੜਾ ਉਹਨਾਂ ਦਾ ਮੁਖੀਆ ਸੀ, ਮੂੰਹ ਤੇ ਮਾਰੀ। ਫਿਰ ਉਹਨੂੰ ਐਂ ਲੱਗਾ ਜਿੱਦਾਂ ਸੁਰਤ ਪਰਤੀ ਹੋਵੇ, ਹੋਸ਼ ਆਈ। ਅਬਦਾਲੀ ਬੈਠਾ ਸਾਹਮਣੇ ਦਿਸਿਆ, ਹੱਥ ਜੋੜ ਲਏ। ਫਿਰ ਉਹਨੇ ਭੰਡ ਦੇ ਰੂਪ ਚ ਆ ਗਿਆ। ਅਬਦਾਲੀ ਕਹਿੰਦਾ, ਉਹ ਤੁਸੀਂ ਮੈਨੂੰ ਨਕਲ ਲਾ ਕੇ ਵਿਖਾ ਰਹੇ ਕਿ ਅਸਲ ਰੂਪ ਵਿੱਚ ਮੇਰੇ ਸਿਪਾਹੀ ਮਾਰਤੇ ਆ? ਹੱਥ ਜੋੜ ਕੇ ਭੰਡ ਕਹਿੰਦਾ, ਬਾਦਸ਼ਾਹ ਸਲਾਮਤ, ਜਾਨ ਬਖਸ਼ੀ ਕਰਿਓ, ਬਾਕੀ ਸਭ ਕੁਝ ਤਾਂ ਨਕਲੀ ਸੀ, ਪਰ ਅਰਦਾਸ ਅਸਲੀ ਹੋ ਗਈ। ਇੱਕ ਨਕਲ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਅਸਲ ਕਰ ਸਕਦੇ ਆ। ਕਹਿੰਦਾ, ਬਾਦਸ਼ਾਹ ਬਾਕੀ ਤਾਂ ਸਭ ਕੁਝ ਹੀ ਅਸੀਂ ਨਕਲੀ ਲਾ ਰਹੇ ਸਾਂ, ਪਰ ਅਰਦਾਸ ਅਸਲ ਵਿੱਚ ਹੋ ਗਈ। ਸਾਨੂੰ ਨਹੀਂ ਪਤਾ ਲੱਗਾ ਕਿ ਕੀ ਹੋਇਆ, ਕੀ ਵਰਤਿਆ। ਜਦੋਂ ਮੌਕਾ ਹੁੰਦਾ ਹੈ ਨਾ, ਰਾਮ ਰੌਣੀ ਦੇ ਕਿਲੇ ਦੀ ਸਾਖੀ ਹੈ। ਸਿੰਘਾਂ ਦੇ ਉੱਤੇ ਹੀ ਨਵਾਬ ਨਾਲ ਰਲ ਕਰਕੇ ਜਿਹੜਾ ਸੀ ਸਾਧ ਸੰਗਤ ਜੀ, ਜੱਸਾ ਹੋਣ ਨੇ ਜਦੋਂ ਚੜ੍ਹਾਈ ਕੀਤੀ, ਅੰਦਰੋਂ ਸਿੰਘਾਂ ਨੇ ਜਦੋਂ ਛੱਡੇ ਨਾ ਜਕਾਰੇ, ਬਾਹਰੋਂ ਹੀ ਉਹਨੇ ਮੁਗਲਾਂ ਦੀ ਫੌਜ ਵੱਢਣੀ ਸ਼ੁਰੂ ਕਰਤੀ। ਮੁਗਲ ਡਰਦੇ ਦੌੜ ਗਏ ਵੀ ਆਇਆ ਸਾਡੇ ਨਾਲ ਹੈ ਤੇ ਸਾਡੀ ਫੌਜ ਵੱਢਣੀ ਸ਼ੁਰੂ ਕਰਤੀ। ਸਿੰਘਾਂ ਨੇ ਦਰਵਾਜ਼ੇ ਖੋਲ੍ਹਤੇ ਤੇ ਫਿਰ ਭਰਾਵਾਂ ਨਾਲ ਜਾ ਰਲੇ। ਜਿਹੜਾ ਜਕਾਰਾ ਹੈ ਨਾ, ਇਹ ਸਾਡੇ ਅੰਦਰੋਂ ਵੀ ਵੈਰ ਵਿਰੋਧ ਪਏ ਫਰਕ ਖਤਮ ਕਰ ਦਿੰਦਾ। ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਇਹੋ ਜਿਹਾ ਉੱਚਾ ਆਦਰਸ਼ ਹੈ। ਖਾਲਸਾ ਦੋ ਨਹੀਂ ਹੋ ਸਕਦਾ, ਕਿਉਂਕਿ ਇੱਕ ਦਾ ਸਾਜਿਆ ਖਾਲਸਾ ਇੱਕ ਰੂਪ ਹੈ। ਸਤਿਗੁਰੂ ਜੀ ਜਿਵੇਂ ਪੰਥ ਦੀ ਸਿਰਜਣਾ ਕਰਨਗੇ, ਆਪਾਂ ਕੱਲ ਨੂੰ ਇਹ ਕਥਾ ਜਿਹੜੀ ਹੈ ਉਹ ਸਰਵਣ ਕਰਾਂਗੇ, ਕਿਉਂਕਿ ਸਮੇਂ ਵੱਲ ਧਿਆਨ ਨਹੀਂ ਗਿਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਫਿਰ ਆਪਣੀ ਕਲਮ ਨਾਲ ਇਹ ਸ਼ਬਦ ਕਹੇ ਹੈ ਕਿ ਖਾਲਸਾ ਜੀ, ਅਸੀਂ ਪੰਥ ਦੀ ਸਿਰਜਣਾ ਕਰਨ ਲਈ ਇਸ ਧਰਤੀ ਤੇ ਆਏ ਹਾਂ। ਹਜੂਰ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਪਾਵਨ ਅਸਥਾਨ ਤੇ ਸਤਿਗੁਰੂ ਜੀ ਨੇ ਬਹੁਤ ਵੱਡੇ ਇਕੱਠ ਵਿੱਚ, ਜਦੋਂ ਫਿਰ ਸਿੱਖੀ ਪਰਖਣੀ ਹੈ, ਗਰੀਬ ਨਿਵਾਜ ਸਤਿਗੁਰਾਂ ਨੇ ਸਿਰ ਮੰਗਣਾ ਹੈ, ਤੇ ਸਤਿਗੁਰੂ ਜੀ ਦੇ ਸਰੂਪ ਦੇ ਉੱਤੇ ਮਸੰਦਾਂ ਨੂੰ ਕਿਵੇਂ ਸ਼ੰਕਾ ਪੈਂਦਾ ਹੈ, ਕਿਉਂਕਿ ਬੜੇ ਬੜੇ ਆਪਣੇ ਆਪ ਨੂੰ ਦਾਨਸ਼ਵੰਦ ਮੰਨਣ ਵਾਲੇ ਉਹ ਵੀ ਘਬਰਾ ਜਾਣਗੇ। ਗੁਰੂ ਜੀ ਦੀ ਕਸੌਟੀ ਤੇ ਫਿਰ ਉਹ ਹੀ ਪੂਰਾ ਵਰਤਦਾ ਜਿਨ੍ਹਾਂ ਆਪਣਾ ਤਨ ਮਨ ਧਨ ਹੀ ਭੇਟ ਕੀਤਾ ਹੋਵੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਆਰਾਮ ਕਸੌਟੀ ਸੋਸ ਹੈ, ਜੋ ਮਰ ਜੀਵਾ ਹੋਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਇਹ ਕਸੌਟੀ ਤੇ ਫਿਰ ਉਹ ਹੀ ਖਰਾ ਉਤਰ ਸਕਦਾ ਨਾ ਜਿਹੜਾ ਪਹਿਲਾਂ ਹੀ ਮਰਿਆ ਹੋਵੇ। ਭਾਈ ਦਇਆ ਸਿੰਘ ਜੀ ਨੇ ਮਨ ਵਿੱਚ ਸੋਚਿਆ ਸੀ ਕਿ ਮਨਾ ਤਨ ਮਨ ਧਨ ਤਾਂ ਪਹਿਲਾਂ ਹੀ ਦੇ ਚੁੱਕੇ ਆ, ਤੇ ਹੁਣ ਸਿਰ ਦੇਣ ਤੋਂ ਕਿਉਂ ਸੰਕੋਚ ਕਰ ਰਹੇ ਆ। ਗੁਰੂ ਸਾਹਿਬ ਜੀ ਤੀਸਰੀ ਆਵਾਜ਼ ਦੇਣ ਤਾਂ ਕੋਈ ਉੱਠੇ ਨਾ, ਤੀਜੀ ਆਵਾਜ਼ ਤੇ ਉੱਠੇ ਸੀ ਫਿਰ, ਤੇ ਮਾਫੀ ਮੰਗੀ ਸੀ। ਮਹਾਰਾਜ ਆਪ ਨੂੰ ਤੀਸਰੀ ਵਾਰ ਬਚਨ ਕਹਿਣਾ ਪਿਆ, ਇਹਦੀ ਮਾਫੀ ਦਿਓ, ਪਹਿਲੇ 'ਚ ਉੱਠਣਾ ਚਾਹੀਦਾ ਸੀ ਮੈਨੂੰ। ਸਤਿਗੁਰੂ ਕਹਿੰਦੇ ਚੰਗਾ, ਫਿਰ ਵੀ ਭਾਗਾਂ ਵਾਲਾ ਹੈ। ਭਾਈ ਦਇਆ ਸਿੰਘ ਨੂੰ ਆਖਿਆ, ਦਇਆ ਰਾਮ ਖੱਤਰੀ ਆ ਭਾਈ, ਤੇ ਗਾਟਾ ਲਾਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ। ਸਿਰਜੀ ਹੈ ਕੌਮ ਸੀਸ ਕੱਟ ਕੇ, ਅੰਮ੍ਰਿਤ ਦੀ ਸ਼ਕਤੀ ਪ੍ਰਤੱਖ ਦਿਖਾਈ ਹੈ, ਮੁਰਦੇ ਨੂੰ ਜਿਉਂਦਾ ਕਰਕੇ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਵੇਂ ਸਾਡੀ ਸਿਰਜਣਾ ਕਰਦੇ ਹੈ, ਇਹ ਇਤਿਹਾਸ ਕੱਲ੍ਹ ਨੂੰ ਸਾਧ ਸੰਗਤ ਜੀ ਵਿਸਾਖੀ ਦਾ ਪਵਿੱਤਰ ਪੁਰਬ ਹੈ, ਬੜਾ ਮਹਾਨ ਪੁਰਬ ਹੈ। ਇਸ ਦਿਹਾੜੇ ਦੀ ਵੀ ਬੜੀ ਵਿਸ਼ੇਸ਼ਤਾ ਹੈ। ਇਹ ਵਿਸਾਖੀ ਦਾ ਪੁਰਬ ਗੁਰੂ ਕਾਲ ਵਿੱਚ ਆਦਿ ਕਾਲ ਤੋਂ ਮਨਾਇਆ ਜਾਂਦਾ ਰਿਹਾ। ਸਤਿਗੁਰੂ ਨੇ ਪੰਥ ਦੀ ਸਿਰਜਣਾ ਕਰਕੇ ਇਸ ਦਿਹਾੜੇ ਨੂੰ ਅਮਰ ਕਰ ਦਿੱਤਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਡੀ ਉਤਪਤੀ ਕੀਤੀ ਹੈ। ਸੰਸਾਰ ਦੇ ਅੰਦਰ ਸਾਡਾ ਜਨਮ ਲੈਣਾ ਤੇ ਬਾਜਾਂ ਵਾਲੇ ਸਤਿਗੁਰੂ ਦੇ ਪੰਥ ਵਿੱਚ ਸਾਡਾ ਜਨਮ ਹੋਣਾ ਵੱਡੀ ਦਾਤ ਕਿ ਮਹਾਰਾਜ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਣੀ, 5 ਕਕਾਰ ਪ੍ਰਾਪਤ ਹੋਣੇ, 5 ਬਾਣੀਆਂ ਦਾ ਨਿਤਨੇਮ, ਰਹਿਰਾਸ, ਕੀਰਤਨ ਸੋਹਲੇ ਜੀ ਦਾ ਪਾਠ, ਕਕਾਰਾਂ ਦੀ ਰਹਿਤ ਵਿੱਚ ਪਰਪੱਕ ਹੋਣਾ, ਰਹਿਤ ਮਰਿਆਦਾ ਨੂੰ ਪਿਆਰ ਕਰਨਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਆਰ ਕਰਨਾ, ਰਾਤ ਦਿਨ ਸਤਿਗੁਰਾਂ ਦੀ ਯਾਦ ਵਿੱਚ ਜਿਉਣਾ, ਇੱਕ ਅਦੁੱਤੀ ਆਨੰਦ ਵਿੱਚ ਜਿਉਣਾ। ਉਹ ਪ੍ਰਤੱਖ ਮਹਾਰਾਜ ਕਹਿੰਦੇ ਭਾਈ ਅਸੀਂ ਆਪ ਹੀ ਹਾਂ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਮਾਣ ਬਖਸ਼ਿਆ ਸਾਨੂੰ। ਸਤਿਗੁਰਾਂ ਜੀ ਨੇ ਨਿਮਾਣਿਆਂ ਨੂੰ ਗਰੀਬ ਨਿਵਾਜ ਜੀ ਨੇ ਨਵਾਜਿਆ। ਆਖਿਆ ਸੀ ਆਪਣੀ ਕਲਮ ਨਾਲ ਕਿ ਇਹ ਜਿਨ੍ਹਾਂ ਨੂੰ ਸੰਸਾਰ ਗਰੀਬ ਕਹਿੰਦਾ ਨਾ, ਮਹਾਰਾਜ ਕਹਿੰਦੇ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਮੈਂ ਪਾਤਸ਼ਾਹੀ ਦਿਆਂਗਾ। ਯਾਦ ਰੱਖੇ ਹਮਾਰੀ ਗੁਰਿਆਈ, ਸਾਡੀ ਗੁਰਿਆਈ ਦੇ ਸਮੇਂ ਨੂੰ ਯਾਦ ਰੱਖਣਗੇ। ਮਹਾਰਾਜ ਜੀ ਨੇ ਗਰੀਬਾਂ ਨੂੰ ਨਵਾਜਿਆ। ਕਵੀ ਭਾਈ ਸੰਤੋਖ ਸਿੰਘ ਜੀ ਨੂੰ ਪੁੱਛਿਆ, ਕਵੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਕਿਉਂ ਹੋਇਆ? ਦੇਖੋ ਆਪਾਂ ਮਹਾਰਾਜ ਦੀ ਕਲਮ ਤੋਂ ਹੀ ਸੁਣਿਆ ਨਾ, ਪਰ ਕਵੀ ਰਾਜ ਕਿੰਨਾ ਪਿਆਰ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ। ਉਹਨਾਂ ਦੀ ਲਿਖਤ ਜਦੋਂ ਪੜ੍ਹੀਏ ਨਾ ਤੇ ਕਵੀ ਰਾਜ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਪਤਾ ਕਿਉਂ ਹੋਇਆ? ਕਿਹਾ ਜੀ ਕਿਉਂ ਹੋਇਆ? ਕਹਿੰਦੇ ਗੁਰੂ ਗੋਬਿੰਦ ਸਿੰਘ ਅਵਤਾਰ ਲਿਓ ਹੈ ਹਮ ਜੈਸੇ ਗਰੀਬ ਨਿਵਾਜਨ ਕੋ। ਸਾਡੇ ਵਰਗੇ ਨਿਮਾਣਿਆਂ ਨੂੰ, ਗਰੀਬਾਂ ਨੂੰ ਨਿਵਾਜਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਵਤਾਰ ਧਾਰਿਆ। ਸਾਨੂੰ ਮਾਣ ਦੇਣ ਲਈ, ਬਖਸ਼ਿਸ਼ ਦੇਣ ਲਈ ਆਪ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਨੂੰ ਧਾਰਨ ਕੀਤਾ ਹੈ। ਇਹ ਕਵੀ ਰਾਜ ਜੀ ਨੇ ਇੰਨੀ ਸ਼ਰਧਾ ਦੇ ਤਲ ਤੋਂ ਲਿਖਿਆ। ਤੋ ਸਾਧ ਸੰਗਤ ਜੀ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਕਥਾ, ਇਹ ਬਾਣੀ ਦਾ ਚੱਲਦਾ ਅਟੁੱਟ ਪ੍ਰਵਾਹ। ਰੋਜ਼ ਤਖਤ ਸਾਹਿਬ ਤੇ ਇੱਕ ਰਸ ਚੱਲਦਾ ਹੈ। ਅੱਜ ਸੁਖਮਨੀ ਸਾਹਿਬ ਦੀ 24ਵੀਂ ਅਸ਼ਟਪਦੀ ਭੋਗ ਪੈਣ ਤੇ ਮਹਾਰਾਜ ਜੀ ਨੇ, ਜਿਵੇਂ ਕਿਉਂਕਿ ਕੱਲ੍ਹ ਵੀ ਸੰਗਰਾਂਦ ਦਾ ਦਿਹਾੜਾ ਹੈ, ਤੋ ਪਰਸੋਂ ਤੱਕ ਸ਼ਾਇਦ ਭੋਗ ਪਵੇ, ਪਰ ਮਹਾਰਾਜ ਜੀ ਨੂੰ ਪਤਾ ਹੈ ਸ਼ਾਇਦ ਅੱਜ ਹੀ ਪੈ ਜੇ। ਇਹ ਤਾਂ ਮਹਾਰਾਜ ਜਾਣਦੇ ਆ, ਪਰ ਸਮਾਂ ਥੋੜ੍ਹਾ ਹੈ ਅੱਜ। ਤੇ ਭਾਵੇਂ ਸਮਾਪਤੀ ਨਹੀਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਹੀਂ, ਪਰ ਫਿਰ ਵੀ ਸੀਮਤ ਸਮੇਂ 'ਚ ਹੀ ਕਥਾ ਜਿਹੜੀ ਆਪਾਂ ਕਰਾਂਗੇ, ਕਿਉਂਕਿ ਅਜੇ ਸਰੀਰਕ ਥੋੜ੍ਹੀ ਢਿਲਾਈ ਹੋਣ ਕਰਕੇ ਫਿਰ ਗਲਾ ਥੱਕ ਜਾਂਦਾ ਹੈ। ਪਰ ਜਦੋਂ ਕਥਾ 'ਚ ਜੁੜ ਜਾਈਏ ਫਿਰ ਪਤਾ ਹੀ ਨਹੀਂ ਲੱਗਦਾ, ਪਤਾ ਹੀ ਨਹੀਂ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਗਰੀਬ ਨਿਵਾਜ ਤਰਸ ਕਰਦੇ ਆ, ਕਿਰਪਾ ਕਰਦੇ ਆ। ਹਜੂਰ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਹਜੂਰ ਦੇ ਅੰਮ੍ਰਿਤ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਪੂਰਾ ਪ੍ਰਭ ਆਰਾਧਿਆ। ਸਾਧ ਸੰਗਤ ਜੀ, ਸ੍ਰੀ ਸੁਖਮਨੀ ਸਾਹਿਬ ਜੀ ਦੀ 24ਵੀਂ ਅਸ਼ਟਪਦੀ ਸੰਪੂਰਨਤਾ ਹਜੂਰ ਹੁਣ ਕਰਨ ਲੱਗੇ ਹੈ। ਮਹਾਰਾਜ ਜੀ ਸ਼ਲੋਕ ਆਰੰਭ ਕਰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ 23 ਅਸ਼ਟਪਦੀਆਂ 23 ਸ਼ਲੋਕ ਕਹੇ ਹੈ, ਕਿ ਮਹਾਰਾਜ ਜੀ ਨੇ ਵੱਖਰੇ ਵੱਖਰੇ ਪ੍ਰਕਰਣ ਦੁਆਰਾ ਬ੍ਰਹਮ ਗਿਆਨ ਕਥਨ ਕੀਤਾ ਸੱਚੇ ਪਾਤਸ਼ਾਹ ਨੇ। ਤੋ ਹਜੂਰ ਪੂਰੇ ਸਤਿਗੁਰੂ ਜੀ ਦੀ ਮਹਿਮਾ, ਪੂਰਨ ਪਰਮੇਸ਼ਰ ਦੀ ਮਹਿਮਾ,
ਸਤਿਗੁਰੂ ਜੀ ਹੁਣ ਇਸ ਅਸ਼ਟਪਦੀ ਦੇ ਅੰਦਰ ਸ਼ਲੋਕ ਦੇ ਅੰਦਰ ਕਹਿਣਗੇ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਪੂਰਾ ਪ੍ਰਭ ਆਰਾਧਿਆ। ਪੂਰਾ ਹੈ ਮੇਰੇ ਪ੍ਰਭੂ ਦਾ ਨਾਮ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ, ਪੂਰਾ ਪ੍ਰਭ ਆਰਾਧਿਆ। ਜਿਨ੍ਹਾਂ ਨੇ ਭਾਈ ਪੂਰੇ ਪ੍ਰਭੂ ਨੂੰ ਆਰਾਧਿਆ ਹੈ, ਕਿਉਂਕਿ ਪ੍ਰਭੂ ਹੀ ਆਪਣੇ ਆਪ ਵਿੱਚ ਪੂਰਾ ਹੈ। ਜੇ ਤੁਸੀਂ ਕਿਸੇ ਅਧੂਰੇ ਨੂੰ ਆਰਾਧਿਆ ਹੈ ਤਾਂ ਫਿਰ ਤਾਂ ਸਾਧ ਸੰਗਤ ਜੀ ਅਧੂਰੀ ਦਾਤ ਹੀ ਮਿਲੂਗੀ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਪੂਰੇ ਗੁਰੂ ਜੀ ਦੀ ਬਖਸ਼ਿਸ਼ ਵੀ ਪੂਰੀ ਹੈ। ਗੁਰ ਪੂਰਾ ਕੀਤੀ ਪੂਰੀ, ਅਧੂਰੀ ਨਹੀਂ ਬਖਸ਼ਿਸ਼ ਮਹਾਰਾਜ ਕਰਦੇ। ਗੁਰੂ ਸਾਹਿਬ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ, ਗੁਰ ਪੂਰਾ ਕੀਤੀ ਪੂਰੀ। ਕੀ ਬਖਸ਼ਿਸ਼ ਕੀਤੀ ਪੂਰੀ? ਪ੍ਰਭ ਰਵ ਰਹਿਆ ਭਰਪੂਰੀ। ਸਭ ਥਾਵਾਂ ਤੇ ਪ੍ਰਭੂ ਦਿਖਾਤਾ। ਪੂਰਾ ਪ੍ਰਭ ਆਰਾਧਿਆ। ਜਿਨ੍ਹਾਂ ਨੇ ਭਾਈ ਪੂਰੇ ਪ੍ਰਭੂ ਨੂੰ ਆਰਾਧਿਆ ਹੈ, ਵਾਹਿਗੁਰੂ ਨੂੰ ਯਾਦ ਕੀਤਾ ਗੁਰੂ ਜੀ ਦੁਆਰਾ। ਪੂਰਾ ਜਾ ਕਾ ਨਾਉ। ਜਿਸ ਵਾਹਿਗੁਰੂ ਦਾ ਨਾਮ ਵੀ ਪੂਰਾ ਹੈ, ਨਾਮ ਅਧੂਰਾ ਨਹੀਂ ਹੈ, ਨਾਮ ਵੀ ਪੂਰਾ ਹੈ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਨਾਮ ਉਤਕ੍ਰਿਸ਼ਟ ਹੈ, ਨਾਮ ਸਭ ਤੋਂ ਵੱਡਾ ਹੈ। ਕਿਹਾ ਨਾ ਹਜੂਰ ਨੇ ਪਹਿਲੀ ਅਸ਼ਟਪਦੀ ਵਿੱਚ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਨਾਮ ਦੇ ਬਰਾਬਰ ਨਹੀਂ ਕੋਈ। ਪੂਰਾ ਜਾ ਕਾ ਨਾਉ। ਜਿਸ ਵਾਹਿਗੁਰੂ ਦਾ ਨਾਮ ਵੀ ਪੂਰਾ ਹੈ ਤੇ ਮੰਤਰ ਵੀ ਪੂਰਾ ਦਿੱਤਾ ਮਹਾਰਾਜ ਨੇ। ਚੌਂ ਯੁੱਗਾਂ ਦਾ ਇਕੱਠਾ ਹੀ ਜਾਪ ਹੈ ਵਾਹਿਗੁਰੂ। ਵਾਹਿਗੁਰੂ ਇਕੱਠਾ ਹੀ ਜਾਪ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਜਿਸ ਵਾਹਿਗੁਰੂ ਦਾ ਨਾਮ ਵੀ ਪੂਰਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਉਸ ਪ੍ਰਭੂ ਨੂੰ ਭਾਈ ਜਿਨ੍ਹਾਂ ਨੇ ਚੇਤੇ ਕੀਤਾ ਨਾਨਕ ਪੂਰਾ ਪਾਇਆ। ਧੰਨ ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹਨਾਂ ਨੇ ਪੂਰਾ ਬ੍ਰਹਮ ਗਿਆਨ ਦਾ ਆਨੰਦ ਪਾਇਆ। ਪੂਰੇ ਪਰਮੇਸ਼ਰ ਨੂੰ ਭਾਈ ਉਹਨਾਂ ਨੇ ਪਾ ਲਿਆ। ਤੇ ਜੇ ਹੁਣ ਤੁਸੀਂ ਮੜੀ ਮੱਠ ਨੂੰ ਚੇਤੇ ਕਰੋਗੇ ਤੇ ਮੜੀ ਮੱਠ ਹੀ ਪਾਉਣੀ। ਜੇ ਤੁਸੀਂ ਜਿਹਨੂੰ ਚੇਤੇ ਕਰੋਗੇ, ਜੈਸਾ ਸੇਵੈ ਤੈਸੋ ਹੋਵੈ। ਜਿਹੋ ਜੀ ਦੇ ਸੇਵਨ ਕਰੋਗੇ ਉਹੋ ਜੇ ਹੋ ਜਾਓਗੇ। ਕਈ ਨਾ ਬਾਹਰ ਸਾਧ ਸੰਗਤ ਜੀ ਜਿਹੜੇ ਫੈਸ਼ਨ ਦੇ ਡਿਜ਼ਾਈਨ ਹੁੰਦੇ ਆ ਨਾ, ਭੂਤਾਂ ਪ੍ਰੇਤਾਂ ਵਰਗੇ ਹੁੰਦੇ ਆ। ਕਿਸੇ ਨੇ ਆਪਣੇ ਵਾਲ ਹੀ ਹੋਰ ਤਰ੍ਹਾਂ ਉਹ ਜਿਹੜੀ ਆ ਉਹ ਲਾ ਕੇ ਸਪਰੇਅ ਜੀ ਮਾਰ ਕੇ ਨਾ ਹੋਰ ਤਰ੍ਹਾਂ ਹੀ ਕੋਈ ਬੜੇ ਬੜੇ ਬੇਢੰਗੇ ਜੇ, ਤੇ ਉਹਨੂੰ ਫੈਸ਼ਨ ਸਮਝਦੇ ਆ। ਉਹ ਪਤਾ ਕਿਉਂ ਹੈ? ਕਿਉਂਕਿ ਉਹ ਪੂਜਾ ਹੀ ਭੂਤਾਂ ਦੀ ਕਰਦੇ ਆ। ਉਹ ਪੂਜਨ ਹੀ ਉਹਨਾਂ ਦਾ ਕਰਦੇ ਆ। ਇਸ ਕਰਕੇ ਉਹੋ ਜਿਹਾ ਹੀ ਬਣਨਾ। ਅੰਦਰ ਵੀ ਸ਼ਕਲ ਉਹੋ ਜੀ, ਬਾਹਰ ਵੀ ਉਹੋ ਜੀ। ਤੇ ਜੇ ਪਰਮੇਸ਼ਰ ਨੂੰ ਸੇਵੋਗੇ, ਵਾਹਿਗੁਰੂ ਨੂੰ ਸੇਵੋਗੇ, ਪੂਰੇ ਪ੍ਰਭੂ ਨੂੰ ਆਰਾਧੋਗੇ, ਜਿਹਦਾ ਨਾਮ ਵੀ ਪੂਰਾ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਪੂਰਾ ਪਾਇਆ। ਉਹ ਫਿਰ ਪੂਰੇ ਪ੍ਰਭੂ ਨੂੰ ਪਾ ਕੇ ਉਹਦੇ ਵਿੱਚ ਇੱਕ ਮਿਕ ਹੋ ਜਾਣਗੇ। ਪੂਰੇ ਕੇ ਗੁਣ ਗਾਓ। ਹੇ ਗੁਰਸਿੱਖੋ, ਪੂਰੇ ਵਾਹਿਗੁਰੂ ਦੇ ਗੁਣ ਗਾਓ, ਪਰਮੇਸ਼ਰ ਦੇ ਗੁਣਾਂ ਨੂੰ ਗਾਓ, ਤੇ ਪੂਰੇ ਹੋ ਜਾਓਗੇ। ਫਿਰ ਅਧੂਰੇ ਨਹੀਂ ਰਹੋਗੇ, ਪੂਰੇ ਹੋ ਜਾਓਗੇ। ਮਨੁੱਖ ਅਧੂਰਾ ਹੀ ਰਹਿੰਦਾ। ਜਿਉਂਦਿਆਂ ਜੀ ਪੂਰਨ ਹੋ ਜਾਓਗੇ, ਲਵਾ ਲਵ ਭਰ ਜਾਓਗੇ, ਅਧੂਰਾ ਨਹੀਂ ਕੋਈ ਕਾਰਜ ਰਹੇਗਾ। ਤੇ ਸਤਿਗੁਰੂ ਕਹਿੰਦੇ ਭਾਈ ਪੂਰੇ ਦੇ ਗੁਣ ਗਾ ਕਰਕੇ ਪੂਰੇ ਵਿੱਚ ਅਭੇਦ ਹੋਣਾ ਕਰੋ। ਇਸੇ ਪ੍ਰਕਾਰ ਆਰੰਭ ਤੋਂ ਇਹ ਸ਼ਲੋਕ। ਪੂਰਾ ਪ੍ਰਭ ਆਰਾਧਿਆ। ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਪੂਰੇ ਪ੍ਰਭੂ ਸਰੂਪ ਗੁਰੂ ਨਾਨਕ ਸਾਹਿਬ ਨੂੰ ਜਿਨ੍ਹਾਂ ਨੇ ਆਰਾਧਿਆ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਹੀ ਪੂਰੇ ਹਨ। ਸਾਧ ਸੰਗਤ ਜੀ, ਇਹ ਪੂਰਾ ਸ਼ਬਦ ਕਿਉਂ ਵਰਤਿਆ ਮਹਾਰਾਜ ਜੀ ਨੇ? ਪੂਰਾ ਸ਼ਬਦ ਇਸ ਲਈ ਵਰਤਿਆ ਕਿ ਅਧੂਰੇ ਬੜੇ ਸੀ। ਸਿੱਖਾਂ ਨੇ ਗੁਰੂ ਅਰਜਨ ਸਾਹਿਬ ਨੂੰ ਕਿਹਾ, ਮਹਾਰਾਜ ਇਹ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਬਾਣੀ ਲਿਖ ਰਿਹਾ ਹੈ ਤੇ ਨਾਲ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਪਾ ਰਿਹਾ ਹੈ, ਕਿਉਂਕਿ ਪ੍ਰਿਥੀ ਚੰਦ ਸਿੱਧ ਕਰਨਾ ਚਾਹੁੰਦਾ ਸੀ ਨਾ ਕਿ ਗੁਰਿਆਈ ਸਾਡੇ ਕੋਲ ਹੈ।
ਤੇ ਫਿਰ ਆਪਣੇ ਪੁੱਤਰ ਮਿਹਰਬਾਨ ਨੂੰ ਆਖ ਛੱਡਿਆ ਕਿ ਤੂੰ ਲਿਖ ਕਵਿਤਾ ਕੋਈ। ਉਹ ਲਿਖੇ ਚਤਰਾਈ ਨਾਲ ਤੇ ਪਿੱਛੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਮ ਪਾਵੇ। ਸਿੱਖਾਂ ਕਿਹਾ ਮਹਾਰਾਜ ਤਾਂ ਰਲਗੱਡ ਹੋ ਜਾਊਗੀ। ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰਸਿੱਖੋ ਤੁਸੀਂ ਚਿੰਤਾ ਕਿਉਂ ਕਰਦੇ ਹੋ? ਰਲਗੱਡ ਕਿਵੇਂ ਹੋ ਜਾਊਗੀ ਜਦੋਂ ਵੱਡੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਹੈ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਇਹ ਤਾਂ ਵੱਡੇ ਸਤਿਗੁਰੂ ਜੀ ਕਹਿ ਗਏ ਨੇ। ਮਹਾਰਾਜ ਫਿਰ ਵੀ ਕਿਰਪਾ ਕਰੋ। ਹਜੂਰ ਨੇ ਫਿਰ ਆਖਿਆ ਸਮਾਂ ਆ ਰਿਹਾ ਗੁਰਸਿੱਖੋ, ਸਾਡੇ ਸਤਿਗੁਰੂ ਜੀ ਨੇ, ਨਾਨਾ ਸਤਿਗੁਰੂ ਜੀ ਨੇ ਸਾਨੂੰ ਵਰਦਾਨ ਦਿੱਤਾ ਹੋਇਆ, ਦੁਹਿਤਾ ਬਾਣੀ ਕਾ ਬੋਹਿਤਾ। ਇਹ ਨਿਰੰਕਾਰ ਨੇ ਸਾਡੇ ਜਿੰਮੇ ਸੇਵਾ ਲਾਈ ਹੈ। ਅਸੀਂ ਇਹ ਕਾਰਜ ਬਹੁਤ ਜਲਦ ਸੰਪੂਰਨ ਕਰਾਂਗੇ। ਤੇ ਫਿਰ ਹਜੂਰ ਨੇ ਇਸ ਕਾਰਜ ਨੂੰ ਸੰਪੂਰਨ ਕੀਤਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਇੱਥੇ ਸ਼ਬਦ ਵਰਤੇ ਹੈ, ਪੂਰਾ ਸ਼ਬਦ। ਤੇ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਇੰਨੇ ਅਧੂਰੇ ਹੈ ਤੇ ਪੂਰੇ ਦੀ ਕੋਈ ਨਿਸ਼ਾਨੀ ਦੱਸ ਛੱਡੋ। ਜੇ ਕਿਸੇ ਅਧੂਰੇ ਨੂੰ ਜਾ ਕੇ ਪੁੱਛੋ ਕਿ ਭਈ ਤੂੰ ਅਧੂਰਾ, ਉਹ ਕਹੂਗਾ ਮੈਂ ਅਧੂਰਾ। ਐਡੇ ਢੀਠ ਹੁੰਦੇ ਆ ਕਈ ਪਖੰਡੀਆਂ ਦੇ ਲੜ ਲੱਗੇ, ਆਹੇ ਜੀ ਸਾਨੂੰ ਮੰਤਰ ਗੁਪਤ ਦਿੱਤਾ ਕੰਨ 'ਚ, ਉਹ ਨਹੀਂ ਦੱਸਣਾ ਕਿਸੇ ਨੂੰ। ਦੱਸਿਆ ਵੀ ਹੁੰਦਾ ਕਿਸੇ ਨਾ ਕਿਸੇ ਨੂੰ, ਪਰ ਇੰਨੀ ਢੀਠਤਾ ਹੀ ਧਾਰਨ ਕਰ ਜਾਂਦੇ ਆ ਕਿ ਸੱਚ ਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਸੱਚ ਨੂੰ ਗ੍ਰਹਿਣ ਹੀ ਨਹੀਂ ਕਰ ਪਾਉਂਦੇ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੈਤ ਰਾਮ ਮਹੰਤ ਕੋ ਆਏ ਨਾ ਦਾਦੂ ਦੁਆਰੇ, ਇੱਥੇ ਇਹਦੇ ਨਾਲ ਵਾਰਤਾਲਾਪ ਹੋਈ। ਉਹ ਵਾਰਤਾਲਾਪ ਵਿੱਚ ਸੱਚੇ ਪਾਤਸ਼ਾਹ ਜੀ ਨੇ ਦਾਦੂ ਨੂੰ ਕਿਹਾ, ਦਾਦੂ ਦੁਨੀਆ ਬਾਵਰੀ ਕਹੈ ਚਾਮ ਕੋ ਰਾਮ, ਪੂਛ ਮਰੋੜੈ ਬੈਲ ਕੀ ਕਾਢੈ ਆਪਣਾ ਕਾਮ। ਕਿਉਂਕਿ ਅਧੂਰੇ ਬੜੇ ਗੁਰੂ ਬਣਦੇ ਸੀ ਨਾ, ਤੇ ਜੈਤ ਰਾਮ ਮਹੰਤ ਨੇ ਪੁੱਛਿਆ ਮਹਾਰਾਜ ਨੂੰ ਵਾਰਤਾਲਾਪ ਵਿੱਚ। ਮਹਾਰਾਜ ਕਹਿੰਦੇ ਦਾਦੂ ਦੁਨੀਆ ਬਾਵਰੀ। ਮਹਾਰਾਜ ਕਹਿੰਦੇ ਤਾਂ ਦੁਨੀਆ ਕਮਲੀ ਹੈ ਦਾਦੂ, ਇਹ ਜੈਤ ਰਾਮ ਕਮਲੀ ਹੈ ਦੁਨੀਆ। ਕਹੈ ਚਾਮ ਕੋ ਰਾਮ, ਕਹਿੰਦੇ ਚੰਮ ਨੂੰ ਹੀ ਰਾਮ ਕਹੀ ਜਾਂਦੇ ਆ। ਕਹਿੰਦੇ ਕੱਪੜਿਆਂ ਦੇ ਸਮੇਤ ਹੀ ਮੈਂ ਖੁਦਾ ਹੀ ਹਾਂ, ਮੇਰੇ ਤੋਂ ਬਿਨਾਂ ਹੋਰ ਦੂਜਾ ਰੱਬ ਕੌਣ ਹੈ। ਐਸੀ ਬਾਵਰੀ ਦੁਨੀਆ ਮਹਾਰਾਜ ਕਹਿੰਦੇ ਕਮਲੀ ਹੋਈ ਕਿ ਪਖੰਡੀਆਂ ਨੂੰ ਰੱਬ ਮੰਨੀ ਜਾਂਦੇ। ਕਹੈ ਚਾਮ ਕੋ ਰਾਮ, ਪੂਛ ਮਰੋੜਾ ਬੈਲ ਕੀ। ਉਹ ਇੱਕ ਨਾ ਹਲ ਵਾਹ ਰਿਹਾ ਸੀ ਤੇ ਉਹਨੇ ਆਪਣੇ ਬਲਦ ਦਾ ਨਾਮ ਰੱਖਿਆ ਬੇਲੀ ਰਾਮ। ਉਹ ਕਹੇ ਚੱਲ ਚੱਲ ਬੇਲੀ ਰਾਮ, ਚੱਲ ਚੱਲ ਬੇਲੀ ਰਾਮ। ਤੇ ਦਾਦੂ ਜੀ ਨੇ ਸੋਚਿਆ ਬੜਾ ਭਗਤ ਹੋਣਾ, ਵੇਖਿਆ ਬੈਲ ਦੀ ਪੂਛ ਮਰੋੜ ਰਿਹਾ ਸੀ ਤੇ ਉਹਨੂੰ ਬੇਲੀ ਰਾਮ ਕਹਿ ਰਿਹਾ ਸੀ। ਕਹਿੰਦਾ ਓਹੋ ਵੇਖੋ, ਆਪਣਾ ਕੰਮ ਕੱਢਣ ਲਈ ਬੈਲ ਦਾ ਨਾਮ ਹੀ ਬੇਲੀ ਰਾਮ ਰੱਖਿਆ ਹੋਇਆ। ਪੂਛ ਮਰੋੜੇ ਬੈਲ ਕੀ ਕਾਢੈ ਆਪਣਾ ਕਾਮ, ਆਪਣਾ ਖੇਤ ਸਿੰਜਣ ਦਾ ਕੰਮ ਕੱਢ ਰਿਹਾ ਤੇ ਕਹਿ ਰਾਮ ਹੀ ਰਿਹਾ ਸੀ ਬੇਲੀ ਰਾਮ। ਚੱਲੋ ਬੇਲੀ ਰਾਮ, ਚੱਲੋ ਬੇਲੀ ਰਾਮ, ਨਾਂ ਰੱਖਿਆ ਹੋਇਆ ਬੈਲ ਦਾ। ਸਤਿਗੁਰਾਂ ਜੀ ਨੇ ਉੱਥੇ ਵਾਰਤਾਲਾਪ ਵਿੱਚ ਦੱਸਿਆ ਕਿ ਦਾਦੂ ਇਹ ਜੈਤ ਰਾਮ, ਇਹ ਜਿਹੜੇ ਪਖੰਡੀ ਹੈ ਨਾ, ਇਹ ਕੀ ਕਰਦੇ ਆ ਕਿ ਇਹਨਾਂ ਨੂੰ ਬੈਲ ਦੀ ਤਰ੍ਹਾਂ ਬਣਾ ਲੈਂਦੇ ਆ ਤੇ ਇਹਨਾਂ ਦੀ ਪੂਛ ਕੀ ਬਿਰਤੀ ਰੂਪੀ ਪੂਛ ਨਾ ਰੱਬ ਵੱਲੋਂ ਮਰੋੜ ਲੈਂਦੇ ਆ। ਪਰਮੇਸ਼ਰ ਵੱਲੋਂ ਇਹਨਾਂ ਦੀ ਬਿਰਤੀ ਰੂਪ ਪੂਛ ਮਰੋੜ ਕੇ ਤੇ ਕੱਢ ਆਪਣਾ ਕਾਮ, ਆਪਣੇ ਖਾਣ ਪੀਣ ਦਾ ਕੰਮ ਕੱਢਦੇ ਰਹਿੰਦੇ ਆ, ਆਪਣੇ ਚੰਗੇ ਕੱਪੜੇ ਪਾਉਣ ਦਾ, ਮਾਇਆ ਲੈਣ ਦਾ ਕੰਮ ਕੱਢਦੇ ਰਹਿੰਦੇ ਆ, ਆਪਣੀ ਪੂਜਾ ਪ੍ਰਤਿਸ਼ਠਾ ਦਾ ਕੰਮ ਕੱਢਦੇ ਰਹਿੰਦੇ ਆ। ਤੇ ਸਾਧ ਸੰਗਤ ਜੀ ਉਹੋ ਜੇ ਕੋਲੋਂ ਕਲਿਆਣ ਹੋ ਜੂਗੀ। ਇਹ ਤਾਂ ਪੂਰੇ ਗੁਰੂ ਜੀ ਦੀ ਵੇਖੋ ਰੀਸ ਤਾਂ ਕਰਨ ਲੱਗ ਪੈਂਦੇ, ਕੱਟਿਆ ਸਿਰ ਕੋਈ ਜੋੜ ਸਕਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਕਿਰਪਾ ਕਰਕੇ ਪੂਰੇ ਗੁਰੂ ਦਾ ਲੱਛਣ ਹੀ ਦੱਸੋ, ਨਿਸ਼ਾਨੀ ਦੱਸੋ। ਅਧੂਰੇ ਬੜੇ ਆ ਹੁਣ ਕਿਹੜੇ ਘੱਟ ਆ। ਨਾਵੇਂ ਪਾਤਸ਼ਾਹ ਜੀ ਦੇ ਵਕਤ ਤਾਂ 22 ਮੰਜੀਆਂ ਬਾਹਰ ਲੱਗੀਆਂ ਸੀ ਨਾ। ਹੁਣ ਤੁਸੀਂ ਵੇਖੋ ਪੰਜਾਬ 'ਚ
ਕੌਮ ਨੂੰ ਨਸ਼ਟ ਕਰਨ ਲਈ ਪਖੰਡੀਆਂ ਦੀ ਹਨੇਰੀ ਲਿਆ ਛੱਡੀ। ਤੇ ਕਿੰਨੇ ਨਾਮ ਹੈ ਮੇਰੇ ਤੋਂ ਬਿਹਤਰ ਤੁਸੀਂ ਜਾਣਦੇ ਹੋ। ਤੇ ਅੰਮ੍ਰਿਤਧਾਰੀ ਪਰਿਵਾਰ ਇਹੋ ਜਿਹੇ ਜਿਨ੍ਹਾਂ ਨੂੰ ਗੁਰੂ ਜੀ ਦੀ ਸਿੱਖੀ ਦਾ, ਬਾਣੀ ਦੇ ਉਪਦੇਸ਼ ਦਾ ਪਤਾ ਨਹੀਂ, ਉੱਥੇ ਜਾ ਵੜਦੇ ਆ ਤੇ ਸੁਣ ਕੇ ਪਤਾ ਕੀ ਕਹਿੰਦੇ ਆ, ਆਹੇ ਜੀ ਉਹ ਕਿਹੜੀ ਕੋਈ ਮਾੜੀ ਗੱਲ ਕਹਿੰਦੇ ਆ, ਉਹ ਸਾਨੂੰ ਕਿਰਪਾਨ ਪਾਉਣ ਤੋਂ ਮਨੇ ਥੋੜੋ ਕਰਦੇ ਆ, ਚੰਗੀਆਂ ਗੱਲਾਂ ਹੀ ਦੱਸਦੇ। ਰੱਬ ਨਾਲ ਨਹੀਂ ਜੋੜਨਗੇ, ਵਾਹਿਗੁਰੂ ਨਾਲ ਨਹੀਂ ਜੋੜਨਗੇ, ਬਿਰਤੀ ਰੂਪੀ ਪੂਛ ਮਰੋੜ ਕੇ ਆਪਣਾ ਕੰਮ ਕੱਢਣਗੇ। ਇਹ ਬਾਬਰਿਆਂ ਨੂੰ ਪਤਾ ਹੀ ਨਹੀਂ, ਕਮਲਿਆਂ ਨੂੰ ਪਤਾ ਹੀ ਨਹੀਂ। ਕਈ ਪੁਸ਼ਤ ਦਰ ਪੁਸ਼ਤ ਜੁੜੇ ਰਹਿੰਦੇ, ਕਈ ਆਪਣੇ ਏਡੇ ਢੀਠ ਨਿਆਣਿਆਂ ਨੂੰ ਵੀ ਗਾਂਹ ਸਮਝਾ ਕੇ ਜਾਂਦੇ। ਕਰਮਾਂ ਦੀ ਗੱਲ ਹੈ ਨਾ, ਸਿੱਖੀ ਮਿਲਦੀ ਨਹੀਂ। ਫਿਰ ਇਹੋ ਜਿਹੀ ਬੁਰੀ ਹਾਲਤ ਹੈ। ਪਖੰਡੀਆਂ ਦੇ ਮਗਰ ਸਾਧ ਸੰਗਤ ਜੀ ਲੱਗ ਤੁਰਦੇ ਆ। ਉਹ ਕਹਿੰਦੇ ਆ ਕਿ ਸਾਡੇ ਵਿੱਚ ਕਿਹੜੀ ਸ਼ਕਤੀ ਘੱਟ ਹੈ। ਤੇ ਗੁਰੂ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਆਉਣ ਵਾਲੇ ਸਮੇਂ 'ਚ ਵੀ ਬੜੇ ਅਧੂਰੇ ਹੋਣਗੇ, ਆਪ ਕਿਰਪਾ ਕਰਕੇ ਪੂਰੇ ਦੇ ਲੱਛਣ ਹੀ ਕਥਨ ਕਰ ਦਿਓ। ਤੇ ਹਜ਼ੂਰ ਨੇ ਪੂਰਨ ਗੁਰੂ ਨਾਨਕ ਸਾਹਿਬ ਜੀ ਦੇ ਲੱਛਣ ਕਥਨ ਕੀਤੇ। ਮਹਾਰਾਜ ਜੀ ਨੇ ਪੂਰੇ ਗੁਰੂ ਦੀ ਨਿਸ਼ਾਨੀ ਦੱਸੀ ਹੈ ਗੁਰਬਾਣੀ ਦੇ ਅੰਦਰ। ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ ਲਓ ਸੁਣੋ, ਪੂਰੇ ਗੁਰੂ ਦੀ ਨਿਸ਼ਾਨੀ ਕੀ ਹੋਵੇਗੀ। ਮਹਾਰਾਜ ਕਹਿੰਦੇ, ਮਿਰਤਕ ਕੋ ਪਾਇਓ ਤਨ ਸਾਸਾ, ਵਿਛਰਤ ਆਨ ਮਲਾਇਆ। ਪੂਰੇ ਗੁਰੂ ਦੀ ਨਿਸ਼ਾਨੀ, ਮੁਰਦੇ ਵਿੱਚ ਸਾਹ ਪਾ ਕੇ ਉਹਨੂੰ ਜਿਉਂਦਾ ਕਰ ਦੇਣਗੇ। ਜੇ ਵਿਛੜਿਆ ਹੋਇਆ ਤੇ ਉਹਨੂੰ ਮੇਲ ਲੈਣਗੇ। ਇਹ ਪੂਰੇ ਗੁਰੂ ਜੀ ਦੀ ਨਿਸ਼ਾਨੀ ਹੈ। ਸਤਿਗੁਰੂ ਜੀ ਦੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਰਹਿੰਦੇ ਆ, ਜੇ ਕਿਸੇ ਗਲਤੀ ਵੀ ਕੀਤੀ ਨਾ ਤੇ ਵਿਛੜੇ ਨੂੰ ਮੇਲਿਆ ਮਹਾਰਾਜ ਨੇ। ਹਜੂਰ ਜਦੋਂ ਪੁੱਤਰ ਵਾਰ ਕੇ ਜੰਗਲ ਦੇਸ਼ ਵਿੱਚ ਮਹਾਰਾਜ ਵਿਚਰ ਰਹੇ ਸੀ ਨਾ, ਉਸ ਸਮੇਂ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਸਾਹਿਬ ਨੂੰ ਚਲਦਿਆਂ ਚਲਦਿਆਂ ਘੋੜਾ ਰੋਕ ਲਿਆ, ਆਗਿਆ ਕੀਤੀ ਕਿ ਦਇਆ ਸਿੰਘ ਇਸ ਰੁੱਖ ਤੇ ਚੜ੍ਹ। ਆਲਣਾ ਇੱਕ ਕਾਂ ਦੇ 2 ਬੋਟ ਨੇ ਆਲਣੇ 'ਚ, ਜਿਹੜਾ ਤੇਰੇ ਵੱਲ ਨੂੰ ਮੂੰਹ ਕਰਕੇ ਚੁੰਝ ਮਾਰਨ ਪਏਗਾ ਨਾ, ਉਹਦੀ ਧੌਣ ਮਰੋੜ ਕੇ ਥੱਲੇ ਸਿੱਟ। ਦੇਖੋ ਹੁਣ ਜੇ ਪ੍ਰਕਿਰਿਆ ਬਾਹਰੀ ਵੇਖੀਏ ਤੇ ਕਾਂ ਦਾ ਬੋਟ, ਉਹ ਵੀ ਛੋਟਾ ਜਿਹਾ, ਤੇ ਹਜੂਰ ਕਹਿੰਦੇ ਆ ਦਇਆ ਸਿੰਘ ਉਹਦੀ ਸਿਰੀ ਮਰੋੜ ਕੇ ਥੱਲੇ ਸੁੱਟ ਦੇ, ਧੌਣ ਮਰੋੜ ਕੇ। ਇਹ ਦਇਆ ਤਾਂ ਕੋਈ ਗੱਲ ਹੀ ਨਹੀਂ ਇਹਦੇ ਵਿੱਚ ਦਇਆ ਦੀ। ਪਰ ਤੁਸੀਂ ਨਹੀਂ ਜਾਣਦੇ, ਜੇ ਸਾਡਾ ਇਤਿਹਾਸ ਨਾ ਦੱਸਦਾ ਤਾਂ ਸਤਿਗੁਰੂ ਦਇਆ ਕਰ ਰਹੇ, ਧੌਣ ਮਰੋੜਨ 'ਚ ਵੀ ਦਇਆ ਕਰ ਰਹੇ। ਪਰ ਜਿਹੜੇ ਮੇਰੇ ਵਰਗੇ ਕੋਲ ਹੋਣਗੇ, ਸ਼ੰਕਾ ਤਾਂ ਆਇਆ ਹੀ ਹੈ ਨਾ। ਫਿਰ ਕਹਿੰਦੇ, ਮਹਾਰਾਜ ਇਹ ਕਿੱਡਾ ਦੁਖਦਾਈ ਜਿਹਾ ਕੰਮ ਕੀਤਾ ਤੁਸੀਂ, ਇੰਨੇ ਨਿਰਦਈ ਹੋ। ਇਹ ਗੱਲ ਨਾਲ ਤੁਹਾਡਾ ਕੀ ਸੌਰਨਾ ਸੀ ਮਹਾਰਾਜ, ਤੁਸੀਂ ਤਾਂ ਪ੍ਰਤਪਾਲਣਾ ਕਰਨ ਵਾਲੇ ਹੋ। ਇੱਕ ਕਾਂ ਦਾ ਛੋਟਾ ਜਿਹਾ ਬੱਚਾ, ਉਹਦੀ ਧੌਣ ਕਿਉਂ ਮਰੋੜ ਕੇ ਥੱਲੇ ਸਟਵਾਈ। ਦਇਆ ਸਿੰਘ ਜੀ ਨੇ ਨਹੀਂ ਪੁੱਛਿਆ ਕਿ ਕਿਉਂ, ਕਹਿੰਦੇ 7 ਵਜਨ। ਉਸੇ ਵੇਲੇ ਚੜ੍ਹੇ ਦਇਆ ਸਿੰਘ ਜੀ। ਵੇਖੋ ਆਮ ਸਿੱਖ ਕੋਲੋਂ ਵੀ ਧੌਣ ਮਰਵਾ ਸਕਦੇ ਸੀ, ਪਰ ਦਇਆ ਸਿੰਘ ਜੀ ਨੂੰ ਗਿਆ। ਦਇਆ ਸਿੰਘ ਜੀ, ਸਾਧ ਸੰਗਤ ਜੀ, ਗੁਰੂ ਸਾਹਿਬ ਤੋਂ ਥੱਲੇ ਹੁਕਮ ਦਇਆ ਸਿੰਘ ਜੀ ਦਾ ਚੱਲਦਾ ਹੈ ਪੰਥ ਵਿੱਚ, ਤੇ ਨਾਲ ਸੇਵਾਦਾਰ ਸਿੰਘ ਕਿੰਨੇ ਹੋਣਗੇ, ਉਹਨਾਂ ਨੂੰ ਨਹੀਂ ਕਿਹਾ। ਦਇਆ ਸਿੰਘ ਜੀ ਨੂੰ ਕਿਹਾ, ਕਿਉਂਕਿ ਉਹਨਾਂ ਦੇ ਹੱਥਾਂ ਵਿੱਚ ਬਾਜਾਂ ਵਾਲੇ ਸਤਿਗੁਰੂ ਦੇ ਆਪਣੇ ਹੱਥ ਹੀ ਵਰਤਦੇ। ਭਾਈ ਦਇਆ ਸਿੰਘ ਜੀ ਦੇ ਹੱਥ ਕੀ, ਸਤਿਗੁਰਾਂ ਜੀ ਦੇ ਹੱਥ ਕੀ, ਇੱਕ ਹੀ ਰੂਪ ਹੈ। ਚੜ ਕੇ ਮਰੋੜ ਕੇ ਸਿਰੀ ਥੱਲੇ ਸਿੱਟ ਦਿੱਤਾ। ਸਿੱਖਾਂ ਦੇ ਸ਼ੰਕਾ ਕਰਨ ਤੋਂ ਹਜੂਰ ਨੇ ਦੱਸਿਆ, ਖਾਲਸਾ ਜੀ ਦਇਆ ਕੀਤੀ ਹੈ। ਮਹਾਰਾਜ ਸਾਨੂੰ ਤਾਂ ਭਾਸਦਾ ਨਹੀਂ ਇਹ ਦਇਆ ਆਪਨੇ ਕਿਵੇਂ ਕੀਤੀ ਹੈ। ਹਜੂਰ ਕਹਿੰਦੇ, ਸਾਡਾ ਸਿੱਖ ਸੀ ਪਹਿਲੇ ਜਨਮ ਵਿੱਚ, ਵਿਛੜਤ ਆਨ ਮਲਾਇਆ। ਸਤਿਗੁਰੂ ਜੀ ਕਹਿੰਦੇ, ਭਾਈ ਇਹ ਬਾਹਲਾ ਹੀ ਲਾਂਗਰੀ ਸੀ ਤੇ ਉੱਡ ਉੱਡ ਕੇ ਪੈਂਦਾ ਹੁੰਦਾ ਸੀ। ਸ਼ਰਧਾਵਾਨ ਸਿੱਖ ਨੂੰ ਪ੍ਰਸ਼ਾਦ ਨਾ ਦਿੱਤਾ। ਉਹਨੇ ਕਿਹਾ, ਤੂੰ ਕੀ ਕਾਂ ਲਾਈ ਹੈ। ਤੇ ਉਹ ਮੰਗਦਾ ਸੀ ਪ੍ਰਸ਼ਾਦਾ। ਉਹ ਛੱਕ ਕੇ ਥੋੜਾ ਟੁੱਕੜ ਹੀ ਕਹਿੰਦਾ, ਜਾ ਕਾਂ ਦੀ ਜੂਨ 'ਚ ਤੂੰ ਪਾਓ, ਮੈਂ ਕਿਉਂ ਪਾਵਾਂ।
महाराज कहते भाई शरधावान साडे सिख दा किया बचन सफल गया फिर, पर कीती सी इन सेवा, इस करके इहदी सेवा कीती बिरथी नहीं जानी। महाराज कहते सानू लाज सी हुण कि वड्डा हो के विष्टा खाएगा, कां गंदगी खांदा है ना। महाराज कहते इस करके असीं दया कीती है, इनू पहला ही मुक्त कर दिता है। बिछरत आन मिलाया, विछड़िया होया सी कां दी जून च भटक रहा सी, मिलाता महाराज ने। शिकार घाट वाली पहाड़ी ते मूला नहीं मिलाया, किन्नियां कनू मिलाया है कि पूरे गुरु जी मिला सकते। सानू तां कंध ओले नहीं पता की हो रहा। हथ दी हथेली पुठी है तो सीधा ही पासा दिसदा, पुठा दिसदा नहीं, की समझ लांगे गता गति। महाराज ने पूरे गुरु की निशानी दसी है। फिर महाराज कहते मुरदियां विच साह पाउणगे, किन्नियां साखियां ने। नानक प्यो दिल्ली विच गुरुद्वारा साहब है, गुरु नानक साहब ने मरिया हाथी जींदा कीता सी। साध संगत जी, धन गुरु अमरदास सच्चे पातशाह ने 4 पैर का मुर्दा जिउंदा करता सी, अपने सज्जे चरण का अंगूठा मूँह च ला के। फिर 5वें पातशाह जी महाराज के सम्मण ते मुसण की साखी आउंदी है। धन गुरु हरराज साहब ने ब्राह्मण का मरिया पुत्र जिउंदा कीता। ते साध संगत जी, 10वें जामे विच सतगुरां जी ने शीस कट के फिर महाराज जी ने जोड़े, जिहड़ा दिन आपां मना रहे। कोई अधूरा इउं नहीं कर सकता, मुर्दे च साह नहीं पा सकता। ये पूरे गुरु जी की निशानी है। तो सतगुरु पातशाह जी महाराज कहते हैं इन्हां लक्षणां नूं वेख के तुसीं अंदाजा ला सकते हैं कि पूरा कि अधूरा है। तो जे तुहाडी जिंदगी दे अंदर पूरे गुरु जी की दात नहीं प्राप्त हुई तो फिर महाराज कहते पूरा सुख नहीं मिल सकेगा। इस करके हो गुरसिखो, पूरे दी निशानी है जिन मिल मारे पंच सूरबीर ऐसो कौन बली। ऐसा बली पता कौन है? धन गुरु गोबिंद सिंह सच्चे पातशाह जी महाराज। ऐसे बली सतगुरु हैं धन गुरु नानक साहब जी महाराज। दुनिया दे अंदर पीर पैगंबर बहुत होए, उन्हां दे जीवन पढ़ो, डोले है। जे अडोल अवस्था है तो धन गुरु नानक साहब जी महाराज 10 पातशाहियां दी, धन श्री गुरु ग्रंथ साहब जी महाराज। आप अडोल न कबहू डोले वाक सुने आप अडोल ने अपने सिख भी अडोल पैदा किए। गुरु नानक साहब की संगत करके सिखां दे 5 वकार छुटक गए है। ये पूरे गुरु जी की साध संगत जी बख्शिश है। इस करके गुरु अर्जन साहब जी महाराज फरमाउंदे है पूरा प्रभ आराध्या। जिन्हां ने भाए पूरे प्रभु स्वरूप गुरु नानक साहब नूं आराध्या पूरा जाका नाम। जिस गुरु नानक साहब का नाम भी पूरा है। जिस सिख शरदा ना कहे ना धन गुरु नानक साहेब, सतगुरु जी का नाम भी पूरा ही है। धन गुरु गोबिंद सिंह सच्चे पातशाह जी महाराज इतिहास कहता है जदों हजूर घोड़े ते चढ़िया करते ना, रकाब विच चरण रखदियां सारी कहंदे धन गुरु नानक साहिब। गुरु नानक साहब का नाम लैके महाराज नमस्कार करके चढ़ते। जानो कि सतगुरु जी सिखां नूं सिखाउंदे कि गुरु नानक साहब ने सानू एक घोड़े बख्शे है चढ़न नूं। ये सतगुरां ने सिखिया सिखाई है। पूरा जा का नाओ, जिन्ना सतगुरां जी का नाम भी पूरा है, सब विघ्नां दा नाशक है। फिर जदों दीवान नंद चंद नूं दयाराम पुरोहित नूं महाराज जी ने श्रीनगर दे राजे पास भेजिया सी ते इन्हां कहा महाराज उत्थे तां भीम चंद आउणा है, पहाड़ी राजा इन्नी खुंस खांदा है, घिर गए तां की होऊगा। महाराज कहंदे जदों तुहानूं दिसे ना हुण कोई राह नहीं रह गया, मौत सामने आ गई, गुरु नानक साहब का नाम लिओ, सब विघन टुट जाणगे। ये 10वें पातशाह जी ने आख्या, धन गुरु गोबिंद सिंह साहब ने आख्या कि गुरु नानक साहब का नाम लिओ, सब विघन छुटक जाणगे। इवें ही वरतिया। दीवान नंद चंद जी चिंतित हो गए,
ਘਾਟਾ ਰੁਕ ਗਿਆ, ਫੌਜ ਚੜ ਆਈ, ਕੀ ਹੋਵੇਗਾ? ਯੁੱਧ ਹੋਣਾ ਹੁਣ। ਦਇਆ ਰਾਮ ਪੁਰੋਹਿਤ ਜੀ ਨੇ ਆਖਿਆ, ਅਜੇ ਯੁੱਧ ਦਾ ਨਗਾਰਾ ਨਾ ਵਜਾਓ, ਗੁਰੂ ਸਾਹਿਬ ਦਾ ਬਚਨ ਚੇਤੇ ਕਰੋ। ਸਤਿਗੁਰਾਂ ਆਖਿਆ ਸੀ ਕੋਈ ਰਾਹ ਨਾ ਰਹੇ, ਗੁਰੂ ਨਾਨਕ ਸਾਹਿਬ ਦਾ ਨਾਂ ਲਿਓ, ਸਾਰੇ ਰਾਹ ਖੁੱਲ ਜਾਣਗੇ। ਦੀਵਾਨ ਨਾਨਕ ਚੰਦ ਨੂੰ ਜਿਵੇਂ ਖੁਸਿਆ ਹੋਇਆ ਧਨ ਲੱਭ ਗਿਆ ਹੋਇਆ ਬਚਨ ਚੇਤੇ ਆਉਣ ਨਾਲ, ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਨਗਾਰੇ ਤੇ ਮਾਰੀ ਚੋਭ ਤੇ ਖਾਲਸੇ ਨੇ ਪੌਂਟਾ ਸਾਹਿਬ ਵੱਲ ਨੂੰ ਰਵਾਨਗੀ ਪਾਈ ਸਿੱਖਾਂ ਨੇ। ਉਦੋਂ ਅਜੇ ਪੰਥ ਨਹੀਂ ਸੀ ਸਾਜਿਆ। ਜਦੋਂ 600 ਘੋੜੇ ਦੀਆਂ ਟਾਪਾਂ ਨਾਲ ਧੂੜ ਉੱਡੀ ਨਾ, ਜਿਹੜੀ ਫੌਜ ਨੇ ਘਾਟਾ ਰੋਕਿਆ ਹੋਇਆ ਸੀ ਉਹ ਡਰਦੀ ਭੱਜ ਗਈ। ਮਾਰਦੇ ਜਕਾਰੇ ਸਿੱਖ ਘਾਟਾ ਲੰਘ ਗਏ, ਇੱਕ ਵੀ ਸਿੱਖ ਦੇ ਖਰੋਚ ਨਹੀਂ ਆਈ। ਮਹਾਰਾਜ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਦਾ ਨਾਂ ਲਿਓ, ਸਾਰੇ ਵਿਘਨ ਛੁਟਕ ਜਾਣਗੇ। ਉਸੇ ਵੇਲੇ ਵਿਘਨ ਛੁਟਕ ਗਏ ਸਾਰੇ। ਪੂਰਾ ਜਾ ਕਾ ਨਾਉ, ਜਿਨ੍ਹਾਂ ਸਤਿਗੁਰਾਂ ਦਾ ਨਾਮ ਪੂਰਾ ਹੈ। ਸ਼ਿਵਨਾਭ ਨੇ ਜਿਸ ਨਾਮ ਨੂੰ ਯਾਦ ਕੀਤਾ, ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ, ਕਿਉਂਕਿ ਦੀਕਸ਼ਾ ਮੰਤਰ ਨਹੀਂ ਸੀ ਨਾ ਅਜੇ ਮਿਲਿਆ ਉਦੋਂ। ਗੁਰੂ ਨਾਨਕ ਸਾਹਿਬ ਦਾ ਨਾਮ ਜਪ ਕੇ ਲਿਵ ਲੱਗ ਗਈ ਸੀ। ਫਿਰ ਪੂਰਾ ਪ੍ਰਭ ਆਰਾਧਿਆ, ਜਿਨ੍ਹਾਂ ਨੇ ਪੂਰੇ ਪ੍ਰਭੂ ਗੁਰੂ ਨਾਨਕ ਸਾਹਿਬ ਨੂੰ ਆਰਾਧਿਆ। ਪੂਰਾ ਜਾ ਕਾ ਨਾਉ, ਜਿਨ੍ਹਾਂ ਸਤਿਗੁਰਾਂ ਦਾ ਦਿੱਤਾ ਹੋਇਆ ਵਾਹਿਗੁਰੂ ਮੰਤਰ ਨਾਮ ਪੂਰਾ ਨਾਮ ਹੈ, ਅਧੂਰਾ ਨਹੀਂ ਹੈ। ਕੋਈ ਮੰਤਰ ਦਿੰਦੇ ਆ, ਕਹਿੰਦੇ ਆਹ ਚੀਜ਼ ਨੂੰ ਵਿੱਚ ਮਿਲਾ ਕੇ ਹੋਰ ਨਾਲ ਨਾ ਫਿਰ ਇਉਂ ਜਪੀ। ਸਤਿਗੁਰੂ ਜੀ ਕਹਿੰਦੇ ਭਾਈ ਇਹ ਪੂਰਾ ਹੈ ਨਾਮ, ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਪੂਰੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਪੂਰੀ ਹੈ ਬਾਣੀ ਸਤਿਗੁਰਾਂ ਜੀ ਦੀ, ਜਿਨ੍ਹਾਂ ਦਾ ਇਹ ਨਾਮ ਰੂਪੀ ਤਿਆਰ ਕੀਤਾ ਹੋਇਆ ਜਹਾਜ਼ ਗੁਰੂ ਅਰਜਨ ਸਾਹਿਬ ਜੀ ਦਾ ਪੂਰਾ ਹੈ। ਨਾਨਕ ਪੂਰਾ ਪਾਇਆ। ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਪੂਰਨ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਨੇ ਪੂਰਾ ਆਨੰਦ ਪਾਇਆ ਹੈ। ਭਾਈ ਸਧਾਰਨ ਨੇ ਜਦੋਂ ਦਰਸ਼ਨ ਕੀਤਾ, ਜਦੋਂ ਮਹਾਰਾਜ ਸੱਚਖੰਡ ਤੋਂ ਆਏ, ਵਈ ਚੋਂ ਪ੍ਰਗਟ ਹੋਏ, ਦਰਸ਼ਨ ਹੋਇਆ, ਹਜੂਰ ਕਹਿੰਦੇ ਭਾਈ ਸਧਾਰਨ ਨਿਹਾਲ ਹੋਇਓ, ਬ੍ਰਹਮ ਗਿਆਨ ਹੋ ਗਿਆ। ਉਦੋਂ ਹੀ ਪੂਰਾ ਹੀ ਆਨੰਦ ਪਾਇਆ। ਮਹਾਰਾਜ ਕਹਿੰਦੇ ਭਾਈ ਪੂਰੇ ਗੁਰੂ ਜੀ ਤੋਂ, ਗੁਰੂ ਨਾਨਕ ਸਾਹਿਬ ਤੋਂ ਪੂਰੇ ਕੇ ਗੁਣ ਗਾਓ। ਇਹ ਗੁਰਸਿੱਖੋ ਤੁਸੀਂ ਵੀ ਪੂਰੇ ਦੇ ਗੁਣਾਂ ਨੂੰ ਗਾਓ, ਪੂਰੇ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾਓ, ਨਿਹਾਲ ਹੋਵੋਗੇ। ਇਹ ਸਤਿਗੁਰਾਂ ਬਖਸ਼ਿਸ਼ ਕੀਤੀ ਹੈ। ਅੱਗੇ ਹੁਣ ਅਸ਼ਟਪਦੀ ਆਰੰਭ ਹੋਵੇਗੀ, ਕੱਲ ਨੂੰ ਆਪਾਂ ਆਰੰਭਤਾ ਕਰਾਂਗੇ। ਕੱਲ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ, ਵੈਸਾਖ ਦਾ ਮਹੀਨਾ ਚੜ੍ਹਨਾ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਹਜੂਰ ਨੇ ਇੱਕ ਵਿਸਾਖ ਨੂੰ ਕ੍ਰਿਸ਼ਮਾ ਕੀਤਾ ਹੈ, ਪੰਥ ਦੀ ਸਿਰਜਣਾ ਕੀਤੀ ਹੈ। ਇਹ ਉਹ ਕੌਮ ਪੈਦਾ ਕੀਤੀ ਹੈ ਜਿਹੜੀ ਸਦਾ ਸਥਿਰ ਰਹਿਣ ਵਾਲੀ ਹੈ। ਅਕਾਲ ਪੁਰਖ ਦਾ ਰੂਪ ਪੈਦਾ ਕੀਤੀ ਹੈ। ਆਪ ਹੀ ਪਰਮੇਸ਼ਰ ਵਰਤਦਾ ਖਾਲਸੇ ਦੇ ਅੰਦਰ। ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਵਾਸਤੇ ਸਾਂਝਾ ਇਹ ਖਾਲਸਾ ਪੰਥ ਪ੍ਰਗਟ ਕੀਤਾ। ਗਰੀਬ ਨਵਾਜ ਜੀ ਨੇ ਇਹ ਸਤਿਗੁਰਾਂ ਦੇ ਕੀਤੇ ਹੋਏ ਪਰਉਪਕਾਰ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਮਹਾਨ ਪੁਰਬ, ਖਾਲਸੇ ਪੰਥ ਦੀ ਸਿਰਜਣਾ, ਜਿਵੇਂ ਇਤਿਹਾਸ ਬਿਆਨ ਕਰਦਾ ਹੈ। ਆਪਾਂ ਕੱਲ ਨੂੰ ਸਤਿਗੁਰੂ ਜੀ ਜਿਵੇਂ ਬੁੱਧ ਨੂੰ ਪ੍ਰੇਰਦੇ ਹੈ, ਆਪਣੇ ਵਸ ਨਹੀਂ ਹੈ। ਮਹਾਰਾਜ ਜੀ ਜਿਵੇਂ ਕਿਰਪਾ ਕਰਨਗੇ ਸਤਿਗੁਰੂ ਜੀ ਆਪਾਂ ਸਰਵਣ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, हे पूरन हे सर्ब में दुख भंजन गुणतास, हे संगी हे निरंकार, हे निर्गुण सब, हे गोबिंद हे गुण निदान, हे अपरंपर हर हरे, हह पी होवन
हे संतह कै सदा संग निधारा आधार। हे ठाकुर हूँ दासरो मैं निर्गुण गुण नहीं। नानक दीजै नाम दान रखो हिय परोए। आए प्रभ शरणागति कृपा निद। एक अखर हर मन बस्त नानक होत। वाहिगुरु नाम जहाज है चढ़े सो उतरे पार। जो शरदा कर गुर पार तारन हार। कथा निता प्रत होत है सुनो सो सिंह सुजान। नानक गुरु गोबिंद सिंह जी सदा कर कल्याण। नानक गुरु गोबिंद सिंह जी सदा कर कल्याण। वाहिगुरु जी का खालसा वाहिगुरु जी की फतेह। खुशियां दे जयकारे गजावे सो निहाल हो जावे। सत श्री अकाल गुरबार अकाल देग तेग फतेह। गुरु पंथ खालसे दी चढ़दी कला रखो जी महाराज।